कलमां वाले उठ खड़न, गवैये उठ खड़न, यूथ उठ खड़े, किसान उठ खड़े, खेत मजदूर उठ खड़े। तो मैं कहना भी कोई माई दा लाल, कोई इहो जी ताकत नहीं जिन्हों ये कोई इहो जी एजीटेशन है नहीं जे फतेह ना कर सकते होण। ये शुभ शगन आ। ये साडा की रेट तय करते आ, की करते आ, जो मन मर्जी दे रेट खरीदणगे। तो इन्हां दा जिहड़ा असीं जे शिकायत भी करनी होई तो कहणगे जी मेल करो। बिल दे विच एक भी इहो जी है नहीं गलबात जे च निश्चित कीता होवे, ये पक्का मुकर्रर कीता होवे भी आ रेट दी पैसिਆਂ ਦੀ किते गारंटी होगी। सो इस करके जद साडे कोल फसल बीजण दा बेचण दा कोई अधिकार नहीं तो फिर कित्थों आपां नूं किसान पक्खी कह सकदे। दुगनी तो असीं तां कवांगे भी ये निश्चित कर देण, ये तय कर देण भी जिहड़ी MSP आ, मिनीमम सपोर्टिंग प्राइस जिहड़ी आ वो हैगी आ 2000 रुपया, तो जदों वपारी खरीदूगा ये 4000 ते खरीदूगा, फिर तो असीं समझांगे भी ये दुगनी हो गई। तो भाजपा खुल के आवे, ये आके उसदा समर्थन करे, वो अखबारां दे विच जां उत्थे मैक दे मोहरे उत्थे करदे आ, ये अपणियां लैके जिद्दां किसान बैठे आ ये आउण उत्थे, ये उत्थे आके सड़कां ते बहण, चराइयां च आके बहण, आके समझाउण लोकां नूं। पंजाब च सानूं एक CM दी कुर्सी दे दिओ, सुपने आ मंगेरी लाल दे हसीन सुपने आ, देखण तो कोई नहीं रोक सकदा। जे किसानी बचाउणी आ तुरंत जिहड़े कानून आ वापस लैणे जाण पैणगे ते डॉक्टर स्वामीनाथ की जिहड़ी रिपोर्ट आ उहनूं लागू कर दिओ, सारा कुछ ही हो जाना। सान टीवी देख रहे सारे दर्शकों का स्वागत है। मैं रवि गिल। जिवें कि किसानां दे 3 ऑर्ਡੀਨੈਂਸ बिल्लां नूं लैके काफ़ी पंजाब दे विच भी विरोध हो रहा सीगा। राष्ट्रपति जी दे साइन रहिंदे सी, वो भी साइन भी हो चुके ने ते ये बिल बन चुका है। तो इस दे मुद्दे दे विच असीं अज पिंड मुद्दा दे विच किसान जी नाल गलबात करन आया। सुखजिंदर सिंह जी साडे नाल मौजूद, उन्हां नाल गल करदे आ। स्वागत है जी तुहाडा सान टीवी। शुक्रिया शुक्रिया, मेहरबानी। ਤੁਸੀਂ ਕਿਵੇਂ ਇਸ ਬਿੱਲ ਨੂੰ ਦੇਖਦੇ ਹੋ? ਇਸ ਬਿੱਲ ਨੂੰ ਲੈ ਕੇ BJP ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਪਰ ਕਿਸਾਨ ਫਿਰ ਵੀ ਪ੍ਰਦਰਸ਼ਨ ਕਰ ਰਹੇ ਆ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਮਾਰੂ ਬਿੱਲ ਹੈ। ਤੁਸੀਂ ਕਿਵੇਂ ਦੇਖਦੇ ਹੋ ਇਸ ਬਿੱਲ ਨੂੰ? ਇਹ ਤਾਂ ਹੁਣ ਸਿੱਧਾ ਕੰਧ ਤੇ ਲਿਖਿਆ ਹੋਇਆ, ਜੇ ਕੋਈ ਨਾ ਪੜ੍ਹੇ ਤੇ ਵੱਖਰੀ ਗੱਲ ਹੈ। ਸਾਫ਼ ਤੇ ਸਪਸ਼ਟ ਇਹ ਗੱਲ ਹੈਗੀ ਆ ਕਿ ਇਹ ਜਿਹੜੇ ਤਿੰਨੇ ਆਰਡੀਨੈਂਸ ਆ ਇਹ ਕਿਸਾਨ ਵਿਰੋਧੀ ਆ, ਕਿਸਾਨ ਮਾਰੂ ਆ। ਕਿਸਾਨਾਂ ਦੇ ਹੱਕ 'ਚ ਇੱਕ ਗੱਲ ਵੀ ਇਹ ਜਿਹੜੀ ਆ ਉਹ ਨਹੀਂ ਜਾਂਦੀ। ਇਹ ਹੁਣ ਜਿੱਦਾਂ ਕਿ ਨਹੀਂ ਗੁੰਮਰਾਹ ਕੁਨ ਪ੍ਰਚਾਰ ਹੁੰਦਾ, ਜਾਂ ਕਈਆਂ ਨੇ ਇਹ ਹੁੰਦਾ ਸੋਚਿਆ ਹੀ ਹੁੰਦਾ ਕਿ ਮੈਂ ਇਸ ਜਥੇਬੰਦੀ ਨਾਲ, ਮੈਂ ਇਸ ਧੜੇ ਨਾਲ ਹੀ ਰਹਿਣਾ ਆ। ਉਹਨਾਂ ਨੂੰ ਆ ਜੋ ਮਰਜ਼ੀ ਸਾਹਮਣੇ ਹੋ ਜਾਵੇ ਉਹਨਾਂ ਨੇ ਉਸ ਗੱਲ ਨੂੰ ਮੰਨਣਾ ਨਹੀਂ ਹੁੰਦਾ। ਇਹ ਕਲੀਅਰ ਕੱਟ ਆ, ਸਾਫ਼ ਤੇ ਸਪਸ਼ਟ ਆ। ਪੂਰੇ ਭਾਰਤ ਦੇ ਜਿਹੜੇ ਵੱਡੇ ਅਰਥ ਸ਼ਾਸਤਰੀ ਆ, ਜਿਹੜੇ ਕਿਸਾਨ ਮਾਹਿਰ ਆ, ਜਿਹੜੇ ਵਰਲਡ ਦੇ ਵਿੱਚ ਵੀ ਜਿਨ੍ਹਾਂ ਨੇ ਅਰਥ ਵਿਵਸਥਾ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਆ, ਉਹਨਾਂ ਨੇ ਵੀ ਇਹ ਪੱਕੀ ਗੱਲ ਕਹੀ ਆ ਭਈ ਇਹ ਜਿਹੜਾ ਕਿਸਾਨ ਵਿਰੋਧੀ ਆ। ਇੱਕ ਪੁਆਇੰਟ ਵੀ ਇਹਦੇ 'ਚ ਜਿਹੜਾ ਆ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਜਾਂਦਾ। ਇੱਕ ਵੀ ਕੋਈ ਇਹੋ ਜਿਹੀ ਗੱਲਬਾਤ ਹੈ ਨਹੀਂ ਗੀ ਜਿਹੜੀ ਅਸੀਂ ਉਹਨੂੰ ਕਿਸਾਨ ਪੱਖੀ ਕਹਿ ਸਕੀਏ। ਕਿਸਾਨ ਮਾਰੂ ਆ, 100% ਇਹ ਕਿਸਾਨ ਮਾਰੂ ਬਿੱਲ ਆ। ਜਿਸ ਬਿੱਲ ਦੇ ਵਿੱਚ ਇਹ ਹੀ ਸਪਸ਼ਟ ਆ, ਕਲੀਅਰ ਕੱਟ ਆ ਵੀ ਅਸੀਂ ਆਪਦੀ ਮਰਜ਼ੀ ਦੇ ਨਾਲ ਆਪਦੀ ਫਸਲ ਨਹੀਂ ਬੀਜ ਸਕਦੇ। ਅਸੀਂ ਆਪਣੀ ਉਹ ਪ੍ਰੋਡਕਸ਼ਨ ਜਿਹੜੀ ਆ ਤਿਆਰ ਆ ਉਹ ਆਪਣੀ ਮਰਜ਼ੀ ਨਾਲ ਵੇਚ ਨਹੀਂ ਸਕਦੇ। ਇੱਕ ਕੋਈ ਬੰਦਾ ਤੈਅ ਕਰੂਗਾ ਜਿਹਦੇ ਕੋਲ ਕੋਈ ਲਾਇਸੈਂਸ ਨਹੀਂ, ਇੱਕ ਪੈਨ ਕਾਰਡ ਉਹਦੇ ਕੋਲ ਹੋਊਗਾ, ਉਹ ਆਪਣੇ ਪੈਨ ਕਾਰਡ ਦੇ ਆਧਾਰ ਤੇ ਉਹਨੂੰ ਕੋਈ ਲਾਇਸੈਂਸ ਲੈਣ ਦੀ ਫੀਸ ਨਹੀਂ, ਕੋਈ ਉਹਨੇ ਟੈਕਸ ਨਹੀਂ ਦੇਣਾ। ਉਹ ਕਿਸਾਨ ਤੋਂ ਆ ਕੇ ਆਪਦੀ ਮਰਜ਼ੀ ਨਾਲ ਚੀਜ਼ ਖਰੀਦ ਲੂ। ਇਹ ਕਿੱਥੋਂ ਤੈਅ ਹੋਊਗਾ? ਇੱਥੇ ਇੱਕ ਦਿਨ ਬਾਰਦਾਨਾ ਮੁੱਕ ਜਵੇ ਮੰਡੀਆਂ 'ਚ, ਅਸੀਂ ਉੱਥੇ ਰੌਲਾ ਪਾ ਲੈਂਦੇ ਹਾਂ ਵੀ ਬਾਰਦਾਨਾ ਨਹੀਂ ਆਇਆ। ਇੱਕ ਦਿਨ ਉਹ ਇੰਸਪੈਕਟਰ ਨਾ ਆਵੇ, ਅਸੀਂ ਘਰਾਓ ਕਰ ਦਿੰਦੇ ਹਾਂ, ਗੌਰਮੈਂਟ 'ਤੇ ਪ੍ਰੈਸ਼ਰ ਪਾ ਲੈਂਦੇ ਹਾਂ, ਮੰਡੀ ਕੰਨ ਬੋਰਡ 'ਤੇ ਅਸੀਂ ਪ੍ਰੈਸ਼ਰ ਪਾ ਲੈਂਦੇ ਹਾਂ। ਅਤੇ ਜਦੋਂ ਇਹ ਆਉਣਗੇ ਇਹ ਸਾਡਾ ਕੀ ਰੇਟ ਤੈਅ ਕਰਦੇ ਆ, ਕੀ ਕਰਦੇ ਆ, ਜੋ ਮਨ ਮਰਜ਼ੀ ਦੇ ਰੇਟ ਖਰੀਦਣਗੇ। ਅਤੇ ਇਹਨਾਂ ਦਾ ਜਿਹੜਾ ਅਸੀਂ ਜੇ ਸ਼ਿਕਾਇਤ ਵੀ ਕਰਨੀ ਹੋਈ ਤਾਂ ਉਹ ਕਹਿਣਗੇ ਜੀ ਮੇਲ ਕਰੋ। ਬਾਬੂ ਜੀ ਬੰਬੇ ਬੈਠੇ ਆ, ਗੁੜਗਾਉਂ ਬੈਠੇ ਆ, ਉਹਨਾਂ ਦੇ ਨਾਲ ਕੌਣ ਗੱਲ ਕਰੂਗਾ, ਕੌਣ ਕਰੂਗਾ? ਕੋਈ ਇਹ ਕੁਛ ਵੀ ਅਸੀਂ ਇਹਨਾਂ ਦਾ ਨਹੀਂ ਕਰ ਸਕਦੇ। ਈਵਨ ਜੇ ਇਹ ਸਾਡੀ ਫਸਲ ਆਪਦੀ ਮਰਜ਼ੀ ਦੇ ਮੁਤਾਬਕ ਜਦੋਂ ਮਰਜ਼ੀ ਖਰੀਦ ਲਵੇ, ਅਸੀਂ ਇਹਦੇ ਖਿਲਾਫ ਕਿਸੇ ਕੋਰਟ 'ਚ ਨਹੀਂ ਜਾ ਸਕਦੇ, ਕਿਤੇ ਇਹਦੀ ਸ਼ਿਕਾਇਤ ਨਹੀਂ ਕਰ ਸਕਦੇ। ਇੱਕ SDM ਲੈਵਲ 'ਤੇ ਆ, ਅਸੀਂ ਉਹਨਾਂ ਸ਼ਿਕਾਇਤ ਕਰਾਂਗੇ। ਜੇ ਉੱਥੇ ਸੁਣਵਾਈ ਨਹੀਂ ਹੁੰਦੀ ਤਾਂ ਸਾਡਾ DC ਸਾਹਿਬ ਸੁਣਵਾਈ ਕਰਨਗੇ। ਜੇ DC ਤੋਂ ਬਾਅਦ ਵੀ ਅਸੀਂ ਸੰਤੁਸ਼ਟ ਨਹੀਂ ਹੁੰਦੇ, ਸਾਡੇ ਕੋਲ ਕਿਤੇ ਅਪੀਲ ਦਲੀਲ ਕਰਨ ਦਾ ਅਧਿਕਾਰ ਹੈ ਨਹੀਂਗਾ। ਅਸੀਂ ਕਿਤੇ ਅਪੀਲ ਨਹੀਂ ਕਰ ਸਕਦੇ, ਦਲੀਲ ਨਹੀਂ ਕਰ ਸਕਦੇ। ਜਿੱਦਾਂ ਮੈਂ ਵਾਰ-ਵਾਰ ਇਹ ਗੱਲ ਦੱਸਣੀ ਚਾਹੁੰਦਾ, ਸਾਡੇ ਕੋਲੋਂ
ਜਿਹੜੀਆਂ ਸਾਡੀਆਂ ਜ਼ਮੀਨਾਂ ਸੀ ਇਹਨਾਂ ਤੇ ਲਿਮਟਾਂ ਬਣਾਤੀਆਂ, ਕਿਸਾਨਾਂ ਨੂੰ ਵਰਗ ਲਾ ਕੇ ਆਜੋ ਜੀ ਗੱਫੇ ਖੋਲ ਤੇ ਲਿਮਟਾਂ ਬਣਾ ਕੇ ਉਹਦੇ ਵਿੱਚ ਅਸੀਂ ਫਰਦ ਦੇ ਵਿੱਚ ਸਾਡਾ ਮਾਲਕਾਂ 'ਚ ਨਾਂ ਆ, ਜਿੰਨਾ ਚਿਰ ਉਹ ਬੈਂਕ ਦਾ ਵਿੱਚ ਨਾਂ ਚੜਿਆ ਹੋਇਆ ਆ ਅਸੀਂ ਉਹਨੂੰ ਵੇਚ ਨਹੀਂ ਸਕਦੇ। ਈਵਨ ਉਹਦੀ ਛੋਟੇ-ਮੋਟੇ ਕੇਸ ਦੇ ਵਿੱਚ ਅਸੀਂ ਜ਼ਮਾਨਤ ਤੱਕ ਨਹੀਂ ਦੇ ਸਕਦੇ। ਅਸੀਂ ਕਿਤੇ ਆਪਦੀ ਮਾਲਕੀ ਸ਼ੋਅ ਕਰਨੀ ਹੋਵੇ ਅਸੀਂ ਉਹ ਨਹੀਂ ਸ਼ੋਅ ਕਰ ਸਕਦੇ। ਸਾਡੀਆਂ ਜ਼ਮੀਨਾਂ ਦੀਆਂ ਮਾਲਕਾਂ ਜਿਹੜੀਆਂ ਉਹ ਬੈਂਕਾਂ ਆ। ਉਦੋਂ ਬਾਅਦ ਸਾਡਾ ਇੱਕੋ ਹੀ ਇਹ ਅਧਿਕਾਰ ਸੀਗਾ ਵੀ ਉਹਦੇ ਵਿੱਚ ਬੈਂਕਾਂ ਦੇ ਵਿੱਚ ਕਾਗਜ਼ਾਂ 'ਚ ਤਾਂ ਸਾਡੇ ਜਿਹੜੀਆਂ ਮਾਲਕ ਉਹ ਬੈਂਕਾਂ ਸੀਗੀਆਂ ਤੇ ਅਸੀਂ ਆਪਣੀ ਮਰਜ਼ੀ ਦੇ ਨਾਲ ਇੱਕ ਆਪਣਾ ਜੋ ਫਸਲਵਾੜੀ ਬੀਜਦੇ ਸੀਗੇ ਤੇ ਸਾਡਾ ਉਹ ਵੀ ਅਧਿਕਾਰ ਖੋਹ ਲਿਆ। ਉਹ ਵੀ ਬਾਬੂ ਤੈਅ ਕਰਨਗੇ ਵੀ ਅਸੀਂ ਕੀ ਬੀਜਣਾ ਕੀ ਵੱਢਣਾ ਕਿਹੜਾ। ਜੇ ਫਾਰ ਐਗਜ਼ਾਮਪਲ ਅਸੀਂ ਆਲੂ ਹੀ ਆ, ਆਲੂ ਦਾ ਤੈਅ ਵੀ ਉਹ ਬਾਬੂ ਤੈਅ ਕਰਨਗੇ ਕਿ ਇੰਨਾ ਮੋਟਾ ਚਾਹੀਦਾ, ਕਿ ਇਸ ਸਾਈਜ਼ ਦਾ ਚਾਹੀਦਾ, ਕਿ ਇਸ ਸਾਈਜ਼ ਦਾ ਚਾਹੀਦਾ। ਔਰ ਉਸ ਤੋਂ ਬਾਅਦ ਉਹ ਖਰੀਦਣਾ ਕਿਹਨੇ ਖਰੀਦਣਾ, ਕਿਸ ਰੇਟ ਤੇ ਖਰੀਦਣਾ ਉਹ ਵੀ ਇਹ ਤੈਅ ਕਰਨਗੇ। ਤੇ ਨਾਲ ਇਹ ਆ ਪੈਸਿਆਂ ਦੀ ਗਾਰੰਟੀ ਦਾ ਬਿੱਲ ਦੇ ਵਿੱਚ ਕਿਤੇ ਨਹੀਂ ਹੈਗਾ ਵੀ ਉਹਦੀ ਜਿਹੜੀ ਕੀਮਤ ਆ ਉਹ ਸਾਨੂੰ ਬਿੱਲ ਜਿਹੜਾ ਉਹ ਬਿੱਲ ਦੇ ਵਿੱਚ ਇੱਕ ਵੀ ਇਹੋ ਜੀ ਹੈ ਨਹੀਂ ਗੱਲਬਾਤ ਜੇ 'ਚ ਨਿਸ਼ਚਿਤ ਕੀਤਾ ਹੋਵੇ, ਇਹ ਪੱਕਾ ਮੁਕਰਰ ਕੀਤਾ ਹੋਵੇ ਵੀ ਆਹ ਰੇਟ ਦੀ ਪੈਸਿਆਂ ਦੀ ਕਿਤੇ ਗਾਰੰਟੀ ਹੋਊਗੀ। ਸੋ ਇਸ ਕਰਕੇ ਜਦ ਸਾਡੇ ਕੋਲ ਫਸਲ ਬੀਜਣ ਦਾ ਵੇਚਣ ਦਾ ਕੋਈ ਅਧਿਕਾਰ ਨਹੀਂ ਤੇ ਫਿਰ ਕਿੱਥੋਂ ਆਪਾਂ ਇਹਨੂੰ ਕਿਸਾਨ ਪੱਖੀ ਕਹਿ ਸਕਦੇ। ਪ੍ਰਧਾਨ ਮੰਤਰੀ ਜੀ ਦਾ ਤੇ ਇਹ ਕਹਿਣਾ ਹੈਗਾ ਕਿ ਇਸ ਬਿੱਲ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਏਗਾ, ਉਹਨਾਂ ਦੀ ਇਨਕਮ ਦੁੱਗਣੀ ਹੋਏਗੀ। ਕਹਿਣ ਨੂੰ ਆਪਾਂ ਚੁਗਣੀ ਕਹਿ ਲੈਨੇ ਆ, ਜ਼ੋਰ ਲੱਗਦਾ। ਆਪਾਂ ਕਹਿੰਦੇ ਚੁਗਣੀ ਹੋਊਗੀ, ਕਿੱਦਾਂ ਦੁੱਗਣੀ ਹੋ ਜੂਗੀ? ਜੇ ਸਾਡਾ ਫਾਰ ਐਗਜ਼ਾਮਪਲ ਅਸੀਂ 1900 ਨੂੰ ਜਾਂ 2000 ਨੂੰ ਸਾਡਾ ਕਣਕ ਝੋਨਾ ਵਿਕਦਾ ਤੇ ਇਹਨਾਂ ਨੇ ਕਿਤੇ ਤੈਅ ਕਰਤਾ ਵੀ ਇਹ 4000 ਨੂੰ ਵਿਕੂਗੀ। ਦੁੱਗਣੀ ਤਾਂ ਅਸੀਂ ਤਾਂ ਕਵਾਂਗੇ ਵੀ ਇਹ ਨਿਸ਼ਚਿਤ ਕਰ ਦੇਣ, ਇਹ ਤੈਅ ਕਰ ਦੇਣ ਵੀ ਜਿਹੜੀ MSP ਆ, ਮਿਨੀਮਮ ਸਪੋਰਟਿੰਗ ਪ੍ਰਾਈਸ ਜਿਹੜੀ ਆ ਉਹ ਹੈਗੀ ਆ 2000 ਰੁਪਈਆ ਤੇ ਜਦੋਂ ਵਪਾਰੀ ਖਰੀਦੂਗਾ ਇਹ 4000 ਤੇ ਖਰੀਦੂਗਾ, ਫੇਰ ਤਾਂ ਅਸੀਂ ਸਮਝਾਂਗੇ ਵੀ ਇਹ ਦੁੱਗਣੀ ਹੋ ਗਈ। ਉਹਨਾਂ ਦਾ ਕਹਿਣ ਦਾ ਭਾਵ ਹੈ ਵੀ ਜੇ ਉਹ ਕਹਿੰਦੇ ਦੁੱਗਣੀ ਹੈ ਜਾਂ ਤਾਂ 2000 ਵਾਲੀ ਚੀਜ਼ ਦਾ ਸਾਡਾ ਕਹਿ ਦੇਣ ਵੀ ਜਿਹੜਾ ਵਪਾਰੀ ਆ ਇਹ 4000 ਤੋਂ ਥੱਲੇ ਨਹੀਂ ਖਰੀਦ ਸਕਦਾ, ਫਿਰ ਅਸੀਂ ਸਮਝਾਂਗੇ ਦੁੱਗਣੀ ਹੋ ਗਈ। ਇਹਨਾਂ ਨੇ ਤਾਂ ਕਿਸਾਨ ਜਥੇਬੰਦੀਆਂ ਨੇ, ਖੇਤੀ ਮਾਹਰਾਂ ਨੇ, ਅਰਥ ਸ਼ਾਸਤਰੀਆਂ ਨੇ ਵੀ ਇੱਕ ਸੁਝਾਅ ਦਿੱਤਾ ਸੀ ਵੀ ਇਹਦੇ ਵਿੱਚ ਇੱਕ ਲਾਈਨ ਪਾ ਦਿਓ ਵੀ ਇਦੋਂ ਘੱਟ ਨਹੀਂ ਖਰੀਦ ਸਕਦਾ ਵਪਾਰੀ। ਉਹਨਾਂ ਨੇ ਤਾਂ ਉਹ ਇੱਕ ਲਾਈਨ ਨਹੀਂ ਪਾਈ ਤੇ ਵੀ ਦੁੱਗਣੀ ਕਿੱਥੋਂ ਹੋ ਜੂਗੀ? ਇਹ ਸਾਰਾ ਬਰਗਲਾਉਣ ਦੀਆਂ ਗੱਲਾਂ। ਜੇ ਇਹ ਇੱਥੇ ਲਾਗੂ ਹੁਣ ਤਾਂ ਕਾਨੂੰਨ ਬਣ ਚੁੱਕਾ, ਲਾਗੂ ਵੀ ਹੋਏਗਾ ਥੋੜੇ ਟਾਈਮ ਬਾਅਦ ਹੀ ਭਾਵੇਂ ਹੋਵੇ ਕਿਉਂਕਿ ਹਲੇ ਪ੍ਰਦਰਸ਼ਨ ਚੱਲ ਰਹੇ ਆ। ਇਹਨਾਂ ਦਾ BJP ਦਾ ਕਹਿਣਾ ਆ ਕਿ ਇਹਦੇ ਨਾਲ ਮੰਡੀਕਰਨ ਨਹੀਂ ਬੰਦ ਹੋਏਗਾ, ਪ੍ਰਾਈਵੇਟ ਅਦਾਰੇ ਆਣਗੇ ਉਹ ਵੱਧ ਰੇਟ ਦੇ ਉੱਤੇ ਕਿਸਾਨਾਂ ਨੂੰ ਫਸਲਾਂ ਖਰੀਦਣਗੇ। ਹੁਣ ਕਿਉਂਕਿ ਝੋਨੇ ਦੀ ਖਰੀਦ ਫਰੋਖਤ ਹੋਣੀ ਸ਼ੁਰੂ ਹੋ ਗਈ ਆ। ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਆ ਮੰਡੀ ਦੇ ਵਿੱਚ ਝੋਨਾ ਵਿਕਦਾ ਕਿਸਾਨਾਂ ਨੂੰ ਪ੍ਰੋਫਿਟ ਦਿਖੇਗਾ, ਆਪ ਹੀ ਉਹਨਾਂ ਨੇ ਧਰਨੇ ਚੱਕ ਲੈਣੇ ਕਿਸਾਨਾਂ ਨੇ। ਦੇਖੋ ਇਹਨਾਂ ਦੇ ਕਹਿਣ ਤੋਂ ਵੀ ਆ ਅਸੀਂ ਅਵੇਅਰ ਆ, ਸਾਰਿਆਂ ਕਿਸਾਨਾਂ ਨੂੰ ਪਤਾ ਸਾਲ 2 ਸਾਲ ਇਹਨਾਂ ਨੇ ਇਦਾਂ ਕਰ ਲੈਣੀਆਂ। 1 ਸਾਲ ਜਾਂ 2 ਫਸਲਾਂ ਜਾਂ 3 ਫਸਲਾਂ ਉਹਨਾਂ ਨੇ ਵਰਗ ਲਾਉਣ ਦਾ ਕਰਕੇ ਮੰਡੀਕਰਨ ਬੋਰਡ ਜਿਹੜਾ ਆ ਉਹਨੂੰ ਮੰਡੀ ਤੋਂ ਬਾਹਰ ਕੱਢਣ ਦਾ ਕਰਕੇ ਇਹਨਾਂ ਨੇ ਹੋ ਸਕਦਾ ਇਹ ਇਹਨਾਂ ਦੇ ਬਾਬੂ ਲੋਕ ਆ, ਅਡਾਨੀ ਅੰਬਾਨੀ ਇਹਨਾਂ ਦੇ ਹੀ ਆ, ਇਹ ਹੋ ਸਕਦਾ ਹੈ ਉਹਨਾਂ ਚਿਰ ਜਿੱਦਾਂ ਪਹਿਲਾਂ ਵੀ ਆ ਵੀ ਜੀਓ ਦੀ ਸਿਮ ਸੀ ਫ੍ਰੀ ਸੀ ਤੇ ਅੱਜ ਉਹਦੇ ਦੇਖ ਲਓ ਕੀ ਰੇਟ ਆ। ਇੱਕ ਇਹਨਾਂ ਨੇ 2-3 ਫਸਲਾਂ ਚੱਕਣੀਆਂ ਆ, ਕਿਸਾਨਾਂ ਦਾ ਦਬਾਅ ਆ, 2-3 ਫਸਲਾਂ ਇਹਨਾਂ ਨੇ ਚੱਕਣੀਆਂ। ਚੱਕਣ ਤੋਂ ਬਾਅਦ ਇਹਨਾਂ ਨੇ ਕੀ ਕਰਨਾ ਵੀ ਉਹਦੇ 'ਚ ਜਦੋਂ ਇਹ ਜਿਹੜੇ ਆੜਤੀਏ ਵੀਰ ਆ, ਪੱਲੇਦਾਰ ਆ, ਇਹ ਬਾਹਰ ਹੋ ਜਾਣਗੇ ਫਿਰ ਉਹ ਆਪਣੇ ਪਿੰਡਾਂ ਦੇ ਵਿੱਚੋਂ ਸਿੱਧੀ ਚੱਕਣਗੇ। ਕਿਸਾਨਾਂ ਨੂੰ ਇੱਕ ਵਾਰ ਤਾਂ ਲੱਗੂਗਾ ਵੀ 100 ਰੁਪਈਆ ਵਾਧੂ ਦੇ ਦਿੱਤਾ। 100 ਰੁਪਈਆ ਵਾਧੂ ਦਾ ਵੀ ਜੇ ਆਪਾਂ ਗੱਲ ਕਰਦੇ ਆ ਜਿਹੜਾ ਟੈਕਸ ਆ, ਮੰਡੀ ਫੀਸ ਆ ਜਾਂ ਗੌਰਮੈਂਟ ਨੂੰ ਟੈਕਸ ਜਾਂਦਾ, 1 ਕੁਆਂਟਲ ਪਿੱਛੇ 164 ਰੁਪਈਏ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਜਿਹੜੇ ਜਾਂਦੇ ਆ। ਤੇ ਜੇ ਉਹਦੇ ਚੋਂ ਉਹਨੂੰ 164 ਰੁਪਈਏ ਤੇ ਉਹਦਾ ਟੈਕਸ ਹੀ ਬਚਣ ਡਿਆ ਆ ਤੇ ਉਹ 100 ਰੁਪਈਆ ਵਾਧੂ ਦੇ ਵੀ ਦੇਊਗਾ ਤਾਂ ਉਹਦਾ ਕੀ ਜ਼ੋਰ ਆ? 64 ਰੁਪਈਏ ਤੇ ਉਹਨੂੰ ਫੇਰ ਬਚ ਗਏ। ਫਿਰ ਉਹਨੇ ਉਹ ਗਰੰਟੀ ਕੀ ਆ ਜਿਹੜੀ ਮੈਂ ਵਾਰ-ਵਾਰ ਗੱਲ ਕਹਿਣਾ ਵੀ ਉਹਦੀ ਗਰੰਟੀ ਕੀ ਆ? ਪੈਸਿਆਂ ਦੀ ਕੀ ਗਰੰਟੀ ਆ? 1-2 ਫਸਲਾਂ ਚੱਕਣਗੇ, ਜਦੋਂ ਇਹਨਾਂ ਦਾ ਪੂਰਾ ਇਹਨਾਂ ਦੇ ਮੰਡੀ ਦੇ ਉੱਤੇ ਪੂਰੇ ਪੰਜਾਬ ਦੇ ਉੱਤੇ ਇਹਨਾਂ ਦਾ ਕਬਜ਼ਾ ਹੋ ਗਿਆ, ਉਦੋਂ ਬਾਅਦ ਇਹਨਾਂ ਨੇ ਮਨ ਮਰਜ਼ੀ ਕਰਨੀ ਆ। ਇਹ ਜਿਹੜੀ ਹੈਗੀ ਆ ਨਾ ਘੱਟ ਤੋਂ ਘੱਟ ਸਮਰਥਨ ਮੁੱਲ ਆ, ਉਦੋਂ ਵੀ ਥੱਲੇ ਆ ਕੇ ਅੱਧ ਰੇਟ ਤੇ ਇਹ ਫਸਲਾਂ ਖਰੀਦਣਗੇ, 1-2 ਫਸਲਾਂ ਚੱਕ ਸਕਦੇ। BJP ਸਰਕਾਰ ਦਾ ਕਹਿਣਾ ਹੈ ਕਿ ਜੋ ਵਿਰੋਧ ਹੋ ਰਿਹਾ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਇਹ ਕਾਂਗਰਸ ਪਾਰਟੀ ਕਰ ਰਹੀ ਹੈ, ਕਿਸਾਨ ਇਹਦੇ ਵਿੱਚ ਨਹੀਂ ਆ। ਜਦ ਕਿ ਦੇਖਿਆ ਜਾਂਦਾ ਕਿਸਾਨ ਵੀ ਉਹ ਉੱਥੇ ਆ, ਵੱਖ-ਵੱਖ ਜਥੇਬੰਦੀਆਂ ਨੇ, ਯੂਥ ਵੀ ਆ ਚੁੱਕਾ, ਪੰਜਾਬੀ ਸਿੰਗਰ ਵੀ ਆ ਚੁੱਕੇ ਨੇ ਇਸ ਪ੍ਰਦਰਸ਼ਨ ਦੇ ਵਿੱਚ। ਉਹਨਾਂ ਵੱਲੋਂ ਤਾਂ ਇਹ ਵੀ ਆਰੋਪ ਲਗਾਏ ਗਏ ਜਿਹੜੇ ਸਿੰਗਰ ਆਏ ਨੇ ਉਹ ਸਾਰੇ ਪੇਡ ਨੇ। ਮੈਂ ਕਹਿੰਦਾ ਵੀ ਕਿਸਾਨ ਆ,
ਉਹ ਕਿਸੇ ਨਾ ਕਿਸੇ ਪਾਰਟੀ ਨਾਲ ਤੇ ਜੁੜਿਆ ਹੀ ਆ। ਉਹ ਕਿਸੇ ਨਾ ਕਿਸੇ ਪਾਰਟੀ ਨਾਲ ਤੇ ਜੁੜਿਆ ਹੀ ਆ। ਜੇ ਉਹ ਕਾਂਗਰਸ ਨਾਲ ਜੁੜਿਆ ਜਾਂ ਅਕਾਲੀ ਦਲ ਨਾਲ ਜੁੜਿਆ ਜਾਂ ਝਾੜੂ ਵਾਲਿਆਂ ਨਾਲ ਜੁੜਿਆ, ਤੇ ਜੇ ਉਹ ਇਹਨਾਂ ਗੱਲਾਂ ਦੇ ਵਿੱਚ ਉਹ ਕਿਸੇ ਨਾਲ ਜੁੜਿਆ ਤੇ ਉਹ ਕਿਸਾਨ ਖਤਮ ਹੋ ਗਿਆ। ਉਹ ਥੱਪਾ ਐਵੇਂ ਇਹ ਗੱਲਾਂ ਆ। ਕਿਸਾਨ ਨੇ, ਜੇ ਕਾਂਗਰਸ ਕਹਿੰਦੇ ਗਮਰਾਹ ਕਰਦੀ ਆ, ਕਿੱਥੇ ਕਾਂਗਰਸ ਨੇ ਧਰਨਾ ਲਾਇਆ ਵੀ ਉਹ ਕਿਸਾਨਾਂ ਨੂੰ ਅਵੇਅਰ ਕਰਨ ਡਈ ਆ ਵੀ ਉਹ ਤੁਸੀਂ ਇਹਨਾਂ ਦਾ ਬਿੱਲ ਦਾ ਵਿਰੋਧ ਕਰੋ? ਕਿੱਥੇ ਉਹ ਕਹਿਣ ਡਏ ਆ? ਜੇ ਸਾਰਾ ਇਹ ਤਾਰ ਪੀੜੋ ਕਰਨ ਨੂੰ, ਇਸ ਜਿਹੜਾ ਸੰਘਰਸ਼ ਜਿਹੜੀ ਐਜੀਟੇਸ਼ਨ ਚੱਲਣ ਡਈ ਆ, ਇਹਨੂੰ ਤਾਰ ਪੀੜੋ ਕਰਨ ਲਈ, ਇਹਨੂੰ ਫੇਲ ਕਰਨ ਲਈ ਇਹ ਐਵੇਂ ਝੂਠੀ ਬਿਆਨਬਾਜ਼ੀ ਆ। ਅੱਛਾ, ਜੇ ਕਾਂਗਰਸ ਆ ਜਾਂ ਹੋਰ ਪਾਰਟੀਆਂ ਇਹ ਵਿਰੋਧ ਕਰਦੀਆਂ ਤੇ ਭਾਜਪਾ ਖੁੱਲ੍ਹ ਕੇ ਆਵੇ, ਇਹ ਆ ਕੇ ਉਹਦਾ ਸਮਰਥਨ ਕਰੇ। ਉਹ ਅਖਬਾਰਾਂ ਦੇ ਵਿੱਚ ਜਾਂ ਉੱਥੇ ਮੈਕ ਦੇ ਮੂਹਰੇ ਉੱਥੇ ਕਰਦੇ ਆ, ਇਹ ਆਪਣੀਆਂ ਲੈ ਕੇ ਜਿੱਦਾਂ ਕਿਸਾਨ ਬੈਠੇ ਆ, ਇਹ ਆਉਣ ਉੱਥੇ, ਇਹ ਉੱਥੇ ਆ ਕੇ ਸੜਕਾਂ ਤੇ ਬਹਿਣ, ਚਰਾਇਆਂ 'ਚ ਆ ਕੇ ਬਹਿਣ, ਆ ਕੇ ਸਮਝਾਉਣ ਲੋਕਾਂ ਨੂੰ। ਇਹ ਇਦਾਂ ਨਹੀਂ ਹੈਗਾ ਵੀ ਕਹਿਣ ਨਾਲ ਹੀ ਗੱਲ ਹੋ ਜਾਣੀ ਆ ਕੋਈ। ਇਹ ਤਾਂ ਮੈਂ ਪੂਰੀ ਦਾਅਵੇ ਨਾਲ ਇਹ ਗੱਲ ਕਹਿਣਾ, ਇਹਦੇ 'ਚ ਪਾਰਟੀਬਾਜ਼ੀ ਦਾ ਇਦਾਂ ਕਹਿ ਕੇ ਇਹ ਮਿਸ਼ਨ ਨੂੰ ਫੇਲ ਕਰਨ ਵਾਲੀ ਗੱਲ ਆ। ਦੂਸਰੀ ਗੱਲ ਇੱਕ ਇਹ ਆ, ਜੂਥ ਆ ਗਿਆ ਆ। ਜਦੋਂ ਕਿਸੇ ਸੰਘਰਸ਼ ਦੇ ਵਿੱਚ ਕਿਸਾਨ ਆ ਜਾਣ, ਮਜ਼ਦੂਰ ਆ ਜਾਣ, ਜੂਥ ਆ ਜਾਵੇ, ਉਹ ਜਿਹੜੇ ਮਿਸ਼ਨ ਨੂੰ ਕਦੀ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਇਹਦੇ 'ਚ ਜਿੱਤ ਪ੍ਰਾਪਤ ਹੋਣੀ ਆ। ਇਹਨੂੰ ਸਿਰਫ ਤੇ ਸਿਰਫ ਨਹੀਂ, ਇੱਕ ਤਾਰ ਪੀੜੋ ਕਰਨ ਦਾ ਕਰਕੇ, ਇਹਨੂੰ ਫੇਲ ਕਰਨ ਦਾ ਕਰਕੇ ਇਹ ਜਿਹੜੀ ਝੂਠੀ ਬਿਆਨਬਾਜ਼ੀ ਕਰਦੀ ਹੈ। ਯੂਥ ਤਾਂ ਪੜ੍ਹ ਲਿਖ ਗਿਆ। ਯੂਥ ਹੁਣ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓ ਵੀ ਵਾਇਰਲ ਕਰ ਰਿਹਾ ਹੈ ਕਿ ਜੋ ਵੀ ਇਸ ਐਕਟ ਦੇ ਨੁਕਸਾਨ ਨੇ, ਪਰ ਬਾਰ-ਬਾਰ ਬੀਜੇਪੀ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਆਰੋਪ ਲਗਾਏ ਜਾਂਦੇ ਨੇ ਕਿ ਇਹਨਾਂ ਨੂੰ ਹੁਣ ਸਿਰਫ ਨਾ ਕਾਂਗਰਸੀ ਵਿਰੋਧ ਕਰਵਾ ਰਹੀ ਆ। ਜਿਵੇਂ ਹੁਣ ਦਿੱਲੀ ਇੰਡੀਆ ਗੇਟ ਦੇ ਬਾਹਰ ਵੀ ਟਰੈਕਟਰ ਫੂਕਿਆ ਗਿਆ, ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਉਹਨਾਂ ਨੇ ਸਿੱਧਾ ਇਲਜ਼ਾਮ ਹੀ ਕਾਂਗਰਸ ਦੇ ਉੱਤੇ ਲਗਾ ਦਿੱਤੇ ਕਿਉਂਕਿ ਉਹ ਰਾਜਨੀਤੀ ਕਰਦੀ ਆ। ਸਿਰਫ 70 ਸਾਲਾਂ ਨੂੰ ਰਹਿ ਕੇ 70 ਸਾਲਾਂ ਦੇ ਵਿੱਚ ਕਾਂਗਰਸ ਨੇ ਕੀ ਕੀਤਾ? ਆਪਣੇ 6 ਤੋਂ 7 ਸਾਲ ਹੋ ਗਏ ਉਹਨਾਂ ਦੇ ਸਰਕਾਰ ਬਣਾਏ ਨੂੰ। ਕੇਂਦਰ ਦੇ ਵਿੱਚ 6-7 ਸਾਲਾਂ ਦੇ ਵਿੱਚ ਸਭ ਕੁਝ ਤਾਂ ਵੇਚ ਦਿੱਤਾ, ਕਿਸਾਨਾਂ ਦਾ ਕਹਿਣਾ। ਸਰਕਾਰੀ ਅਦਾਰੇ ਵੀ ਵੇਚ ਦਿੱਤੇ ਨੇ, ਠੀਕ ਹੈ ਜੀ। ਉਹਦੇ ਬਾਅਦ 20 ਲੱਖ ਕਰੋੜ ਦਾ ਇੱਕ ਰਾਹਤ ਪੈਕੇਜ ਦਿੱਤਾ ਸੀ ਕਰੋਨਾ ਦਾ ਕਰਕੇ, ਉਹ ਵੀ ਪਤਾ ਨਹੀਂ ਕਿੱਥੇ ਗਿਆ। 15 ਲੱਖ ਨਹੀਂ ਆਇਆ। ਉਹਨਾਂ ਦਾ ਕਹਿਣਾ ਕਿ ਜਿਹੜੀ ਕੇਂਦਰ ਸਰਕਾਰ ਉਹ ਹੈ ਹੀ ਜੁਮਲਿਆਂ ਦੀ ਆ। ਮੇਰਾ ਤੁਹਾਨੂੰ ਦੱਸਾਂ, ਇੱਕ ਕਲੀਅਰ ਕੱਟ ਗੱਲ ਦੱਸਦਾ, ਇਹ ਜਿਹੜਾ ਕਰਨ ਡਿਆ ਆ ਝੂਠ ਦਾ ਪਲੰਦਾ ਆ, ਬਿਲਕੁਲ ਝੂਠ ਦਾ ਪਲਾ। ਇਹਨਾਂ ਦਾ ਤਾਂ ਇਹ ਵਾਜਪਾਈ ਵਾਲੇ ਸਾਹਿਬ ਵਾਲੇ 5-6 ਸਾਲ ਉਹ ਵੀ ਵਿੱਚੋਂ ਕੱਢ ਦਿੰਦੇ ਆ। ਇਹ ਵਿਅਕਤੀ ਵਿਸ਼ੇਸ਼ ਆ, ਇਹ ਕੋਈ ਵਿਚਾਰਧਾਰਾ ਪਾਰਟੀ ਵਾਲੀ ਨਹੀਂ। ਪਾਰਟੀ ਵਿਚਾਰਧਾਰਾ ਹੁੰਦੀ ਆ ਵੀ ਅਸੀਂ ਆਹ ਕੀਤਾ, ਅਸੀਂ ਆਹ ਕੀਤਾ। ਇਹ ਤਾਂ ਮੈਂ ਕੀਤਾ। ਇਹ ਤਾਂ ਜਦੋਂ ਕਿ ਨਹੀਂ ਆਪਣਾ ਵਿਕਾਸ ਦੀਆਂ ਪ੍ਰਾਪਤੀਆਂ ਗਣਾਉਂਦੇ ਆ ਜਾਂ ਝੂਠ ਦੇ ਪਲੰਦੇ ਗਣਾਉਂਦੇ ਆ। ਜੋ ਵਾਜਪਾਈ ਸਾਹਿਬ ਨੇ ਕੀਤਾ ਤੇ ਉਹਨੂੰ ਵੀ ਵਿੱਚੋਂ ਮਾਈਨਸ ਕਰ ਦਿੰਦੇ ਆ। ਸੋ ਇਹਨਾਂ ਦੀ ਗੱਲ ਨੂੰ ਕੋਈ ਵੀ ਤਵੱਜੋ ਨਹੀਂ ਦਿੰਦਾ। ਤੁਸੀਂ ਦੇਖੋ ਫੇਸਬੁੱਕ ਤੇ ਹੋਇਆ, ਉਹਨਾਂ ਦੇ ਜਿਹੜੀ ਮਨ ਕੀ ਬਾਤ ਕਰਦੇ ਸੀ, ਲੱਖਾਂ ਲੋਕਾਂ ਨੇ, ਮਿਲੀਅਨ ਲੋਕਾਂ ਨੇ ਡਿਸਲਾਈਕ ਕੀਤੇ। ਉੱਥੋਂ ਪਤਾ ਲੱਗਦਾ ਆ ਵੀ ਇਹਨੂੰ ਕਿੰਨਾ ਕੁ ਲੋਕ ਪਸੰਦ ਕਰਦੇ ਆ। ਜੇ ਇਹਨਾਂ ਦਾ ਕੋਈ ਇਦਾਂ ਦੀ ਗੱਲਬਾਤ ਹੁੰਦੀ, ਇਹ ਕੋਈ ਕਿਸਾਨ ਪੱਖੀ ਹੁੰਦਾ, ਤੁਸੀਂ ਅੱਜ ਕੱਲ ਮੀਡੀਆ ਦਾ ਯੁੱਗ ਆ, ਤੁਸੀਂ 2 ਲੋਕਾਂ ਨੂੰ ਗਮਰਾਹ ਕਰ ਸਕਦੇ ਆ, 4 ਲੋਕਾਂ ਨੂੰ ਗਮਰਾਹ ਕਰ ਸਕਦੇ ਆ। ਇਹਨੇ ਲੱਖਾਂ ਲੋਕਾਂ ਨੂੰ ਤੁਸੀਂ ਗਮਰਾਹ ਨਹੀਂ ਕਰ ਸਕਦੇ। ਇਹਦੀ ਜਿਹੜੀ ਮਿਸਾਲ ਆ ਉਹ ਸਾਹਮਣੇ ਆ। ਡਿਸਲਾਈਕ ਮਿਲਦਾ ਆ। ਉਹਨਾਂ ਦੀ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਤੇ ਕੋਈ ਯਕੀਨ ਨਹੀਂ ਕਰਦਾ। ਇਹ ਜਿਹੜਾ ਕਿ ਨਹੀਂ ਹੁਣ ਕਹਿ ਦੇਣਾ ਜੀ ਕਾਂਗਰਸ ਕਰਾ ਰਹੀ ਜਾਂ ਅਕਾਲੀ ਕਰਾ ਰਹੇ ਆ। ਮੈਂ ਕਹਿੰਦਾ ਕਰਾਉਂਦੇ ਆ। ਤੁਸੀਂ ਆ ਕੇ ਸਾਹਮਣੇ ਆ ਕੇ ਉਹਦਾ ਜਵਾਬ ਦਿਓ। ਮੈਂ ਤੁਹਾਨੂੰ ਇੱਕ ਗੱਲ ਛੋਟੀ ਜਿਹੀ ਉਦਾਹਰਨ ਦਿੰਦਾ। ਜੇ ਅਸੀਂ ਪੰਚਾਇਤ 'ਚ ਆ, ਪੰਚਾਇਤ ਦੇ ਵਿੱਚ ਇੱਕ ਪੰਚ ਜੇ ਇੱਧਰ ਉੱਧਰ ਹੋ ਜਾਵੇ, ਇੱਕ ਪੰਚ ਘੱਟ ਹੋਵੇ ਤੇ ਮਤਾ ਪਾਸ ਨਹੀਂ ਹੁੰਦਾ। ਇਹਨਾਂ ਨੇ ਰਾਜ ਸਭਾ ਦੇ ਵਿੱਚ ਜਿਹੜੇ ਸਾਡੇ ਰਾਜ ਸਭਾ ਦੇ ਮੈਂਬਰ ਆ, ਉਹ ਕਿੰਨੇ ਲੱਖ ਲੋਕਾਂ ਦੀ ਅਗਵਾਈ ਕਰਦੇ ਆ, ਉਹਨਾਂ ਨੂੰ ਵੋਟ ਪਾਉਣ ਨਹੀਂ ਦਿੱਤੀ। ਐਡਾ ਲੋਕਤੰਤਰ ਦਾ ਇਹਨਾਂ ਨੇ ਕਤਲ ਕੀਤਾ, ਉੱਥੇ ਘਾਣ ਕੀਤਾ ਆ। ਇਹ ਇੱਕ ਪਿਰਤ ਪਾਉਣ ਲੱਗੇ ਆ, ਰਜਵਾੜਾ ਸ਼ਾਹੀ ਆ। ਮੋਦੀ ਸਾਹਿਬ ਤੈਅ ਕਰਨਗੇ ਅਸੀਂ ਆਪਦੇ ਖੱਤੇ 'ਚ ਕੀ ਬੀਜਣਾ, ਮੋਦੀ ਸਾਹਿਬ ਤੈਅ ਕਰਨਗੇ ਅਸੀਂ ਉੱਥੋਂ ਕੀ ਖਰੀਦਣਾ, ਮੋਦੀ ਸਾਹਿਬ ਤੈਅ ਕਰਨਗੇ ਅਸੀਂ ਕੀ ਖਾਣਾ। ਮੋਦੀ ਸਾਹਿਬ ਹੀ ਹੁਣ ਕਹਾਂ ਸਾਡਾ, ਮੈਨੂੰ ਤਾਂ ਡਰ ਲੱਗਣ ਡਿਆ ਵੀ ਕਿਤੇ ਆ ਸਾਡਾ ਵੋਟ ਦਾ ਅਧਿਕਾਰ ਹੀ ਨਾ ਖਤਮ ਹੋ ਜਾਵੇ। ਜਿਹੜੇ ਐਡੀ ਵੱਡੀ ਪੰਚਾਇਤ ਆ, ਅਸੀਂ ਹਿੰਦੁਸਤਾਨ ਦੀ ਰਾਜ ਸਭਾ ਉੱਪਰਲਾ ਸਦਨ ਕਹਿੰਦੇ ਆ, ਜੇ ਉਹਦੇ ਵਿੱਚ ਵੋਟ ਦਾ ਅਧਿਕਾਰ ਖਤਮ ਹੋ ਗਿਆ, ਨਹੀਂ ਉਹਨਾਂ ਨੂੰ ਆਪਣਾ ਇਸਤੇਮਾਲ ਕਰਨ ਦਿੱਤਾ, ਤੇ ਆ ਜਿਹੜੀਆਂ ਛੋਟੇ ਮੋਟੇ ਸਾਡੇ ਵਰਗੇ ਥੱਲੇ ਪੰਚੂਤੀ ਆ, ਇਹਨਾਂ ਨੂੰ ਉੱਥੇ ਕਿਹਨੇ ਪੁੱਛਣਾ। ਇਹ ਬਿਲਕੁਲ ਇੱਕ ਧਰਮ ਵਿਸ਼ੇਸ਼ ਨੂੰ ਲੈ ਕੇ ਆਪਣੀ ਰਾਜਨੀਤੀ ਕਰਨ ਡਏ ਆ। ਕਿਸਾਨ ਵਿਰੋਧੀ ਆ, ਘੱਟ ਗਿਣਤੀਆਂ ਦੇ ਵਿਰੋਧੀ ਆ, ਭਾਸ਼ਾ ਦੀ ਜਿਹੜੀ ਹੈਗੀਆਂ ਉਹਨਾਂ ਦੇ ਵਿਰੋਧੀ ਆ।
ਇਹ ਬੰਦਾ ਜਿਹੜਾ ਆ ਵਿਸ਼ਵਾਸ ਕਰਨ ਦੇ ਕਾਬਿਲ ਨਹੀਂ। ਇਹਨੇ ਤਾਂ ਹੁਣ ਲੋਕ ਹੀ ਯਾਰ ਤਵੱਜੋ ਦੇਣੋਂ ਹਟ ਗਏ ਆ। ਲੋਕ ਤਵੱਜੋ ਦੇਣੋਂ ਹਟ ਗਏ, ਜੋ ਮਰਜ਼ੀ ਕੋਈ ਕਹੀ ਜਾਵੇ, ਲੋਕ ਨਹੀਂ ਤਵੱਜੋ ਦਿੰਦੇ। ਕਿਵੇਂ ਦੇਖਦੇ ਹੋ ਕਿ ਪਹਿਲੇ ਪੰਜਾਬੀ ਨੂੰ ਵੀ ਇਹਨਾਂ ਨੇ ਬੰਦ ਕੀਤਾ? ਕਿਉਂਕਿ ਜਦੋਂ ਕਿਸੇ ਵੀ ਸਟੇਟ ਨੂੰ ਮਾਰਨਾ ਹੋਏ ਉਹਦੀ ਪਹਿਲੇ ਮਾਂ ਬੋਲੀ ਬੰਦ ਕੀਤੀ ਜਾਂਦੀ ਹੈ। ਕੇਂਦਰ ਵੱਲੋਂ ਪਹਿਲੇ ਪੰਜਾਬੀ ਨੂੰ ਬੈਨ ਕੀਤਾ ਗਿਆ, ਫਿਰ ਕਰੋਨਾ ਦੇ ਚੱਲਦੇ ਹੋਏ ਇਹੀ ਜਿਹੇ ਦੌਰ ਦੇ ਵਿੱਚ ਇਹਨਾਂ ਵੱਲੋਂ ਇੱਕ ਬਿੱਲ ਲਾਗੂ ਕਰ ਦਿੱਤਾ ਗਿਆ। ਕੇਂਦਰ ਸਰਕਾਰ ਦਾ ਸਿੱਧਾ ਨਿਸ਼ਾਨਾ ਹੀ ਪੰਜਾਬ ਦੇ ਉੱਤੇ ਹੈ, ਸਿਰਫ ਪੰਜਾਬ ਨੂੰ, ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੇ। ਜਦੋਂ ਕਿਸੇ ਮੁਲਕ ਨੂੰ, ਕਿਸੇ ਕਬੀਲੇ ਨੂੰ, ਕਿਸੇ ਕੌਮ ਨੂੰ ਖਤਮ ਕਰਨਾ ਹੋਵੇ, ਤਿੰਨ ਚੀਜ਼ਾਂ ਆ। ਉਹਦੇ ਆਮਦਨ ਦੇ ਵਸੀਲੇ ਖਤਮ ਕਰ ਦਿਓ, ਉਹਦੀ ਜਵਾਨੀ ਖਤਮ ਕਰ ਦਿਓ, ਉਹਦੀ ਭਾਸ਼ਾ ਖਤਮ ਕਰ ਦਿਓ। ਬੜੀ ਸਾਜ਼ਿਸ਼ ਦੇ ਤਹਿਤ, ਬਹੁਤ ਹੀ ਵੱਡੀ ਸਾਜ਼ਿਸ਼ ਦੇ ਤਹਿਤ, ਇਹ ਕੋਈ ਆ ਹੁਣ 6-7 ਸਾਲ ਤੋਂ ਨਹੀਂ ਅਸੀਂ ਕਹਿ ਸਕਦੇ। ਮੈਨੂੰ ਤਾਂ ਇਹ ਲੱਗਦਾ ਵੀ ਪਤਾ ਨਹੀਂ ਇਸ ਮਿਸ਼ਨ ਤੇ ਕਿੰਨੇ ਚਿਰ ਦੇ ਕੰਮ ਕਰੀ ਜਾਂਦੇ ਸੀਗੇ। ਸਾਡੀ ਭਾਸ਼ਾ ਖਤਮ ਕੀਤੀ। ਸਾਡੇ ਘਰਾਂ ਦੇ ਵਿੱਚ, ਪਿੰਡਾਂ 'ਚ ਜਾ ਕੇ ਦੇਖ ਲਓ, ਜਿੰਦੇ ਲੱਗੇ ਹੋਏ ਆ। ਨੌਜਵਾਨੀ ਨੂੰ ਨਸ਼ਿਆਂ ਦਾ ਕਹਿ ਦਿੰਦੇ ਆ ਜੀ। ਇਹ ਨਸ਼ੇ ਜੇ ਪੰਜਾਬ 'ਚ ਹੀ ਆਉਂਦੇ ਆ, ਬਾਕੀ ਸਟੇਟ 'ਚ ਨਹੀਂ, ਬਾਕੀਆਂ ਸਟੇਟਾਂ 'ਚ ਨਹੀਂ ਚੱਲ ਜਾਂਦੇ। ਜਦੋਂ ਇੱਧਰ ਜਿੱਥੇ BSF ਬੈਠੀ ਆ, ਫੌਜਾਂ ਬੈਠੀਆਂ, ਉੱਥੋਂ ਦਾ ਨਸ਼ਾ ਪੰਜਾਬ 'ਚ ਐਂਟਰ ਹੋ ਜਾਂਦਾ। ਤੇ ਜਦੋਂ ਗਾਂ ਪੰਜਾਬ ਤੋਂ ਗਾਂ ਉੱਥੇ ਬਾਰਡਰ ਆ, ਉੱਥੇ ਕੋਈ ਇੱਕ ਸਿਪਾਹੀ ਵੀ ਨਹੀਂ ਬੈਠਾ, ਤੇ ਉਹਨਾਂ 'ਚ ਗਾਂ ਨਸ਼ਾ ਕਿਉਂ ਨਹੀਂ ਚੱਲ ਜਾਂਦਾ? ਇੱਥੇ ਦੀ ਕਿਸਾਨੀ ਨੂੰ ਖਤਮ, ਇੱਥੇ ਦੀ ਜਵਾਨੀ ਨੂੰ ਖਤਮ ਕਰਨ ਲਈ ਪਹਿਲਾਂ ਨਸ਼ਿਆਂ ਦਾ ਕੋਡ ਚੱਲਿਆ। ਸਾਡਾ ਸੱਭਿਆਚਾਰ ਦੂਸ਼ਿਤ ਕੀਤਾ ਸਾਜ਼ਿਸ਼ ਦੇ ਤਹਿਤ। ਅਸੀਂ ਉਹਦੇ ਵਿੱਚ ਆਪਣੇ ਗਾਇਕ ਭਰਾਵਾਂ ਨੂੰ ਵੀ ਦੋਸ਼ੀ ਮੰਨਦੇ ਸੀਗੇ। ਪਰ ਉਦੋਂ ਹੁਣ ਜਿਹੜਾ ਲੱਗਦਾ, ਅੱਜ ਦੀ ਜਿਹੜੀ ਡੇਟ 'ਚ ਅਸੀਂ ਕਹਿੰਦੇ ਆ ਵੀ ਕਿਸਾਨ ਦੇ ਨਾਲ ਜਿਹੜਾ ਹੈ ਨਾ ਗਾਇਕ ਆ ਕੇ ਖੜੇ, ਉਹਦਾ ਵੀ ਫਾਇਦਾ। ਦੂਸਰਾ, ਸਾਡੀ ਕਿਸਾਨੀ ਖਤਮ ਕਰਨ ਲਈ ਇਹ ਬਿੱਲ ਲੈ ਆਂਦੇ ਆ। ਜਵਾਨੀ ਖਤਮ ਕਰਨ ਲਈ ਸਾਡੀਆਂ ਸਾਜ਼ਿਸ਼ਾਂ ਰਚੀਆਂ, ਸਾਡੀ ਭਾਸ਼ਾ ਖਤਮ ਕਰਨ ਲਈ ਇਹ ਸਾਜ਼ਿਸ਼ਾਂ ਹੋਈਆਂ। ਜਦੋਂ ਕਲਮਾਂ ਵਾਲੇ ਉੱਠ ਖੜਨ, ਗਵਈਏ ਉੱਠ ਖੜਨ, ਯੂਥ ਉੱਠ ਖੜੇ, ਕਿਸਾਨ ਉੱਠ ਖੜੇ, ਖੇਤ ਮਜ਼ਦੂਰ ਉੱਠ ਖੜੇ, ਤੇ ਮੈਂ ਕਹਿੰਦਾ ਵੀ ਕੋਈ ਮਾਈ ਦਾ ਲਾਲ, ਕੋਈ ਇਹੋ ਜਿਹੀ ਤਾਕਤ ਨਹੀਂ ਜਿਹਨੂੰ ਇਹ, ਕੋਈ ਇਹੋ ਜਿਹੀ ਐਜੀਟੇਸ਼ਨ ਹੈ ਨਹੀਂ ਜੇ ਇਹ ਫਤਿਹ ਨਾ ਕਰ ਸਕਦੇ ਹੋਣ। ਇਹ ਸ਼ੁਭ ਸ਼ਗਨ ਆ। ਭਾਵੇਂ ਇਹ, ਮੈਂ ਤਾਂ ਕਹਿੰਦਾ ਚੰਗਾ ਹੋਇਆ। ਇਹ ਇੱਕ ਨਹੀਂ ਇੱਦਾਂ ਕਿਤੇ ਤਾਂ ਇਹ ਵੀ ਲੱਗਦਾ ਕਿ ਪ੍ਰਮਾਤਮਾ ਦੀ ਸਾਡੇ ਤੇ ਕੋਈ ਬਖਸ਼ਿਸ਼ ਆ। ਇਹਨਾਂ ਨੇ ਉਹ ਬਿੱਲ ਲਿਆਉਣੇ ਸੀ, ਇੰਨੇ ਲੋਕ ਇਕੱਠੇ ਹੋਣੇ ਸੀ, ਕਦੀ ਇਦਾਂ ਹੋਇਆ ਹੀ ਨਹੀਂ। ਸਾਰੀਆਂ ਪਾਰਟੀਆਂ ਦੇ ਝੰਡੇ ਹੇਠ ਸੀ, ਉਹ ਉਹਦੀ ਪਾਰਟੀ ਹੇਠ, ਉਹ ਉਹਦੀ ਪਾਰਟੀ ਹੇਠ। ਕਿਸਾਨੀ ਦੇ ਮੁੱਦੇ ਤੇ ਆ ਕੇ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ ਸਾਰੀਆਂ ਹੀ, ਕਿਸਾਨ ਆ, ਯੂਥ ਆ, ਖੇਤ ਮਜ਼ਦੂਰ ਆ, ਵਪਾਰੀ ਵਰਗ ਆ, ਦੁਕਾਨਦਾਰ ਭਰਾ ਆ, ਸਾਰੇ ਉੱਠ ਖੜੇ ਆ। ਤੇ ਮੈਂ ਕਹਿੰਦਾ ਇਹ ਸ਼ੁਭ ਸ਼ਗਨ ਆ। ਅਸੀਂ ਕੱਲ ਕਿਸੇ BJP ਲੀਡਰ ਦਾ ਵੀ ਇੰਟਰਵਿਊ ਕਰਨ ਗਏ ਸੀ। ਉਹਨੇ ਇੱਕ ਸਿੱਧਾ ਆਰੋਪ ਲਗਾਏ ਨੇ ਕਿ ਅਕਾਲੀ ਦਲ ਦੇ ਨਾਲ BJP ਦਾ 9 ਮਾਸ ਦਾ ਰਿਸ਼ਤਾ ਸੀਗਾ। ਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਟਾਈਮ ਅਸੀਂ ਪੰਜਾਬ ਦੇ ਵਿੱਚ 2022 ਦੇ ਵਿੱਚ ਸਰਕਾਰ ਬਣਾਵਾਂਗੇ, ਬਰਗਾੜੀ ਕਾਂਡ ਦਾ ਵੀ ਅਸੀਂ ਹੱਲ ਕਰਾਂਗੇ, ਇਨਸਾਫ ਦੇਵਾਂਗੇ ਪੰਜਾਬੀਆਂ ਨੂੰ। BJP ਦਾ ਪੰਜਾਬੀਆਂ ਦੇ ਨਾਲ ਬਹੁਤ ਜ਼ਿਆਦਾ ਪੁਰਾਣਾ ਰਿਸ਼ਤਾ ਹੈ, ਜਿਹਦਾ ਕਰਕੇ ਅਸੀਂ 2022 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਜਿੱਤਾਂਗੇ। ਤੇ ਉਹਨਾਂ ਨੂੰ ਜੋ ਵੀ ਉਹਨਾਂ ਦਾ ਪਿੱਛੇ ਬਰਗਾੜੀ ਕਾਂਡ ਆ, ਚਾਹੇ ਬੇਅਦਬੀ ਕਾਂਡ ਹੈ, ਉਹਦੇ ਵਿੱਚ ਜੋ ਵੀ ਹੱਲ ਰਹਿੰਦਾ ਆ, ਇਨਸਾਫ ਜੋ ਪੰਜਾਬੀਆਂ ਨੂੰ ਅਸੀਂ ਦਿਵਾਵਾਂਗੇ। ਹੁਣ ਕਿਹਨੇ ਡੱਕਿਆ ਹੋਇਆ? ਦਵਾ ਦੇਣ। ਹੁਣ ਕਿਸੇ ਨੇ ਡੱਕਿਆ ਹੋਇਆ? ਯਾਰ ਸਪਸ਼ਟ ਐਡਾ ਵੱਡਾ ਬਹੁਮਤ ਆ ਕਿ ਕੌਣ ਉਹਨਾਂ ਨੂੰ ਕਹਿੰਦਾ? CBI ਉਹਨਾਂ ਦਾ ਤੋਤਾ ਪਿੰਜਰੇ 'ਚ ਪਾਇਆ ਹੋਇਆ ਹੈ। ਉਹਨਾਂ ਦੀ ਮਰਜ਼ੀ ਆ ਤੇ ਉਹ ਜਾਂਚ ਸ਼ੁਰੂ ਕਰਾ ਲੈਂਦੇ ਆ। ਉਹਨਾਂ ਦੀ ਮਰਜ਼ੀ ਜਦੋਂ ਕਿਸੇ ਪਹੁੰਚਦੀ ਆ, ਕਿਸੇ ਨਤੀਜੇ ਤੇ ਪਹੁੰਚਣ ਲੱਗਦੀ ਆ, ਉਹਨਾਂ ਦੀ ਮਰਜ਼ੀ ਉਹ ਐਪਲੀਕੇਸ਼ਨ ਉੱਥੇ ਅਦਾਲਤ 'ਚ ਕੁਝ ਹੋਰ ਦੇ ਆਉਂਦੇ ਆ। ਇਨਸਾਫ ਕਦੋਂ ਨੂੰ ਦਿਵਾਉਣਾ? ਇਦੋਂ ਵੱਧ ਤਾਂ ਬਹੁਮਤ ਮਿਲਣਾ ਨਹੀਂ। ਜ਼ਰੂਰੀ ਤਾਂ ਨਹੀਂ ਜੇ ਕਹਿੰਦੇ ਜੀ ਪੰਜਾਬ ਦਾ ਸਾਡੇ 'ਚ ਰਾਜ ਭਾਗ ਉਦੋਂ ਅਸੀਂ ਇਨਸਾਫ ਦਿਵਾਵਾਂਗੇ। ਪੰਜਾਬ ਦੀ ਵਿਧਾਨ ਸਭਾ 'ਚ ਤਾਂ ਇਸ ਖੇਤੀ ਦੇ ਵਿਰੋਧ 'ਚ, ਇਹਨਾਂ ਆਰਡੀਨੈਂਸਾਂ ਦੇ ਵਿਰੋਧ 'ਚ ਮਤਾ ਪਾਸ ਕੀਤਾ ਪੰਜਾਬ ਵਿਧਾਨ ਸਭਾ 'ਚ, ਫਿਰ ਉਹਨੂੰ ਹੀ ਮੰਨ ਲੈਣਾ। ਇੱਥੋਂ ਹੀ ਇਹ ਹੁੰਦਾ ਜੋ ਕੁਛ ਇਹ ਮਸਲੇ ਇਹੋ ਜਿਹੇ ਹੋਣੇ, ਕਰਨੇ ਕੇਂਦਰ ਨਹੀਂ ਆ। ਜੇ ਇਹ ਕਹਿੰਦੇ ਆ ਵੀ ਪੰਜਾਬ 'ਚ ਆ ਕੇ ਅਸੀਂ ਇਹ ਕਰਾਂਗੇ, ਤੇ ਪੰਜਾਬ ਦੀ ਵਿਧਾਨ ਸਭਾ ਤਾਂ ਹੁਣ ਮਤਾ ਪਾਸ ਕੀਤਾ ਇਸ ਆਰਡੀਨੈਂਸ ਦੇ ਖਿਲਾਫ, ਜਾਂ ਉਹਨੂੰ ਮੰਨ ਲੈਣ। ਉਹਨੂੰ ਵੀ ਨਹੀਂ ਮੰਨਣਾ। ਅੱਛਾ, ਇਹ ਆ ਵੀ ਜਦੋਂ ਅਸੀਂ ਆਵਾਂਗੇ ਪੰਜਾਬ 'ਚ, ਸਾਨੂੰ ਇੱਕ CM ਦੀ ਕੁਰਸੀ ਦੇ ਦਿਓ। ਸੁਪਨੇ ਆ, ਮੰਗੇਰੀ ਲਾਲ ਦੇ ਹਸੀਨ ਸੁਪਨੇ ਆ, ਦੇਖਣ ਤੋਂ ਕੋਈ ਨਹੀਂ ਰੋਕ ਸਕਦਾ। ਵਧੀਆ ਗੱਲ ਹੈ, ਦੇਖੀ ਜਾਣ। ਆ ਜਿਹੜਾ 9 ਮਾਸ ਦਾ ਰਿਸ਼ਤਾ ਵੀ ਆ, ਤੁਸੀਂ ਲੋਕ ਲਹਿਰ, ਲੋਕ ਮਤ ਨੂੰ, ਲੋਕਾਂ ਦੀ ਜਮਾਤ ਦੀ ਪਾਵਰ ਨੂੰ ਇਸ ਗੱਲ ਤੋਂ ਦੇਖ ਲਓ ਵੀ ਜਿਹੜੇ ਬੰਦੇ, ਜਿਹੜੀਆਂ ਜਮਾਤਾਂ ਮੋਦੀ ਦੇ ਇਸ਼ਾਰੇ ਤੇ ਉਹ ਜੋ ਮਰਜ਼ੀ ਹੋ ਜਾਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਪੰਜਾਬੀ ਭਾਸ਼ਾ ਨੂੰ ਪਿੱਛੇ ਕਰ ਦੇਣ, GST ਦੇ ਮੁੱਦੇ ਤੇ ਹੋ ਜਾਵੇ, ਇਹ ਕਿਸਾਨਾਂ ਦੇ ਜਿਹੜੇ ਆਰਡੀਨੈਂਸ ਸੀ ਜਦੋਂ ਤਿਆਰ ਹੋ ਰਹੇ ਸੀਗੇ, ਉਹਨਾਂ ਦੇ ਵਿੱਚ ਵੀ ਉਹਨਾਂ ਦੀ ਪੂਰੀ ਸਹਿਮਤੀ ਸੀ। ਤੇ ਜੇ ਲੋਕ ਲਹਿਰ ਉੱਠੀ ਆ,
ਲੋਕ ਲਹਿਰ ਉੱਠੀ ਆ ਤੇ ਜੇ ਉਹ ਡਰਦੇ ਕੁਰਸੀਆਂ ਛੱਡ ਕੇ ਵਾਪਸ ਆ ਗਏ ਆ ਤੇ ਫਿਰ ਬਾਕੀ ਹੋਰ ਕਿਹੜੀ ਗੱਲ ਹੈ। ਇਦਾਂ ਹਲੇ ਇਹ ਸਟੈਪ ਆ, ਇਹ ਸਾਹਮਣੇ ਉਦਾਹਰਨ ਆ। ਇਹ ਕੋਈ ਇਹਨਾਂ ਦਾ ਪੂਰਾ ਸਮਰਥਨ ਸੀਗਾ, ਇਹ ਲੋਕਾਂ ਤੋਂ ਡਰਦੇ ਆ। ਹਲੇ ਵੀ ਮੈਨੂੰ ਲੱਗਦਾ ਵੀ ਇਹਨਾਂ ਦੀ ਕਿਤੇ ਅੰਦਰ ਖਾਤੇ ਨਾ ਹੋਵੇ, ਕਿਉਂਕਿ 25 ਸਤੰਬਰ ਨੂੰ ਧਰਨੇ ਲੱਗ ਰਹੇ ਆ, ਕਿਸਾਨ ਧਰਨੇ ਲਾ ਰਹੇ ਆ, ਅਕਾਲੀ ਦਲ ਉਹਦੇ ਬਰਾਬਰ ਧਰਨੇ ਲਾ ਰਿਹਾ, ਤਾਂ ਕਿ ਉਹਦੇ 'ਚ ਕੀ ਆ, ਜੇ ਉਹਨੂੰ ਕਿਸਾਨ ਨੂੰ ਜਾਣ ਤੋਂ ਰੋਕਣਾ ਹੀ ਆ ਵੀ ਉਸ ਧਰਨੇ 'ਚ ਨਾ ਜਾਓ, ਸਾਡੇ ਧਰਨੇ 'ਚ ਆਓ। ਹੁਣ 1 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਆ, ਉਹਦੇ ਬਰਾਬਰ ਹੀ ਇਹਨਾਂ ਨੇ ਰੱਖ ਲਿਆ ਜੀ ਅਸੀਂ ਕਰਾਂਗੇ 1 ਅਕਤੂਬਰ ਨੂੰ। ਕੀ ਗੱਲ, ਜਿੱਦਣ ਕਿਸਾਨਾਂ ਨੇ ਕੁਛ ਕਰਨਾ ਆ ਉਦਣ ਹੀ ਇਹਨਾਂ ਨੂੰ ਦੀਦਾ, ਅੱਗੋਂ ਪਿੱਛੋਂ ਇਹਨਾਂ ਨੂੰ ਕਿਉਂ ਨਹੀਂ ਦੀਦਾ? ਜੇ ਕਿਸਾਨ ਨੇ 25 ਸਤੰਬਰ ਨੂੰ ਰੱਖਿਆ, ਇਹਨਾਂ ਨੇ ਉਸ ਚੀਜ਼ ਨੂੰ ਰੋਕਣ ਲਈ, ਤਾਰ ਪੀੜੋ ਕਰਨ ਲਈ ਬਰਾਬਰ ਰੱਖੇ। ਅਖੇ ਜੀ ਕਿਸਾਨ ਤਾਂ ਉਹ ਸੜਕਾਂ ਤੇ ਲੋਕ ਕੋਈ ਨਿਕਲਣ ਨੂੰ ਤਿਆਰ ਨਹੀਂ ਸੀ ਉਦਣ, ਲੋਕ ਘਰਾਂ 'ਚ ਬੈਠੇ ਸੀ। ਇਹ ਕਹਿੰਦੇ ਅਸੀਂ ਚੱਕਾ ਜਾਮ ਕਰਨਾ, ਇਹ ਕਹਿੰਦੇ ਅਸੀਂ ਚੱਕਾ ਜਾਮ ਕਰਨਾ। ਚੱਕਾ ਕਾਹਦਾ ਜਾਮ ਕਰਨਾ ਸੀ? ਆਪਣੀਆਂ ਡਰਾਈਵਰਾਂ ਜਿਹੜੀਆਂ ਇਹਨਾਂ ਦੀਆਂ ਘਰੇ ਖੜੀਆਂ ਸੀ, ਫੋਰਚੂਨਰਾਂ ਖੜੀਆਂ ਸੀ, ਇਹ ਨਿਕਲਣੇ ਸੀ। ਨਹੀਂ ਤਾਂ ਕਿਸਾਨ ਟਰੈਕਟਰਾਂ ਤੇ ਜਾਣ ਡੇ ਸੀ, ਉਹਨਾਂ ਨੂੰ ਰੋਕਣਾ ਸੀ। ਇਹ ਮਿਲੀ ਭੁਗਤ ਆ। ਇਹ ਹੱਲੇ ਵੀ ਮੈਨੂੰ ਲੱਗਦਾ ਦੇਖੋ, ਆਪਾਂ ਕੋਈ ਬਾਹਲੇ ਵੱਡੇ ਸਿਆਸੀ ਬੰਦੇ ਤਾਂ ਹੈ ਨਹੀਂਗੇ, ਆਮ ਬੰਦੇ ਦੀ ਇਹ ਸੋਚ ਆ ਵੀ ਇਹ ਉੱਥੋਂ ਐਨ ਗਿੱਟ ਮਿੱਟ ਕਰਕੇ ਆਏ ਆ ਵੀ ਅਸੀਂ ਜਾਂਦੇ ਆ, ਆ ਅਸਤੀਫਾ ਅਸੀਂ ਆ ਠੋਕਰ ਮਾਰੀ, ਤਖਤਾਂ ਤਾਜਾਂ ਨੂੰ ਫਲਾਨਾ ਕਰਤਾ, ਉਹ ਕਰਤਾ। ਇੱਥੇ ਆ ਕੇ ਕਿਸਾਨਾਂ ਦੇ ਬਰਾਬਰ ਉਹਨਾਂ ਦਾ ਮਿਸ਼ਨ ਫੇਲ ਕਰਨ ਦਾ ਕਰਕੇ, ਇਹਨੂੰ ਫੇਲ ਕਰਨ ਤੋਂ ਬਾਅਦ ਫਿਰ ਇਹ ਕਿਤੇ ਨਾ ਕਿਤੇ ਇਹ ਜਾ ਕੇ ਵੋਟਾਂ ਤੋਂ 4 ਦਿਨ ਪਹਿਲਾਂ ਕਹਿ ਦੇਣਗੇ ਜੀ ਸਾਡਾ ਜੀ ਮਿਨੀਮਮ ਪ੍ਰੋਗਰਾਮ ਇੱਕ ਇਦਾਂ ਦੀਆਂ 4 ਇਹਨਾਂ ਦੀਆਂ ਸਥਰਾਂ ਹੁੰਦੀਆਂ ਵੀ ਅਸੀਂ ਜੀ ਘੱਟੋ ਘੱਟ ਜਿਹੜਾ ਅਸੀਂ ਜੀ ਸ਼ਰਤਾਂ ਦੇ ਆਧਾਰ ਤੇ ਅਸੀਂ ਜੀ ਰਾਜੀਨਾਮਾ ਕਰ ਲਿਆ ਤੇ ਅਸੀਂ ਹੁਣ ਇਲੈਕਸ਼ਨ ਲੜ ਕੇ ਰਲ ਕੇ ਲੜਾਂਗੇ। ਇਹਨਾਂ ਮੁੱਦਿਆਂ ਤੇ ਸਾਡਾ ਮਤਭੇਦ ਰਹੂ, ਪਰ ਲੋਕਾਂ ਨੇ ਮੂੰਹ ਨਹੀਂ ਲਾਉਣੇ, ਲੋਕਾਂ ਨੇ ਬਿਲਕੁਲ ਮੂੰਹ ਨਹੀਂ ਲਾਉਣੇ। ਦਿੱਲੀ ਭੁੱਲ ਜੂਗੀ, ਆ ਜਿਹੜੀ ਗੱਲ ਦਿਲ 'ਚ ਆ ਗਈ ਇਹ ਨਹੀਂ ਭੁੱਲਣੀ। ਮਤਲਬ ਕਿ ਅਕਾਲੀ ਦਲ ਇਸ ਟਾਈਮ ਸਿਰਫ ਭੇਤ ਲੈਣ ਆਇਆ ਕਿਸਾਨਾਂ ਦੇ ਮਨਾਂ ਦਾ, ਭੇਤ ਲੈ ਕੇ ਫਿਰ ਲੰਕਾ ਢਾਣਗੇ। ਬਿਲਕੁਲ ਇਦਾਂ ਹੀ ਹੋਣੀ ਆ। ਹੁਣ ਆਪਾਂ ਉਹ ਨਾਂ ਤਾਂ ਨਹੀਂ ਵਰਤਣੇ, ਗੱਲ ਬਿਲਕੁਲ ਸਹੀ ਆ। ਇਹਨਾਂ ਨੇ ਉੱਥੋਂ ਪੂਰਾ ਵਾਅਦਾ ਕਰਕੇ ਆਏ ਆ, ਇਹਨਾਂ ਨੇ ਆ ਕੇ ਇਸ਼ੂ ਦੇਖਣੇ ਕੀ ਆ, ਕੀ ਹੋ ਰਿਹਾ ਇੱਥੇ, ਕੀ ਨਹੀਂ ਹੋ ਰਿਹਾ। ਇਹਨਾਂ ਤੋਂ ਯਾਰ ਜੇ ਜਿਨ੍ਹਾਂ ਧਰਨਿਆਂ 'ਚ ਗਏ ਸਿਆਸੀ ਜਮਾਤ ਨੂੰ ਕਿਸਾਨਾਂ ਨੇ ਦਰਕਾਰਨਾ ਸ਼ੁਰੂ ਕਰਤਾ, ਕਿਸੇ ਨੂੰ ਆਪਣੇ ਧਰਨੇ 'ਚ ਨਹੀਂ ਬਹਿਣ ਦਿੱਤਾ। ਜਦ ਬਾਕੀ ਸਿਆਸੀ ਮੈਂ ਇਹ ਨਹੀਂ ਗਾ ਕਿ ਜੇ ਮੈਂ ਕਾਂਗਰਸੀ ਪੱਖੀ ਆ ਤਾਂ ਮੈਂ ਕਾਂਗਰਸ ਦੀ ਗੱਲ ਕਰਦਾ, ਜਦ ਆਮ ਆਦਮੀ ਪਾਰਟੀ ਨਹੀਂ ਕੋਈ ਕਰ ਰਹੀ, ਖਹਿਰੇ ਹੋਣੀ ਨਹੀਂ ਕੁਛ ਕਰ ਰਹੇ, ਤੇ ਇਹਨਾਂ ਨੂੰ ਕਿਉਂ ਅਸੀਂ ਕਾਂਗਰਸ ਕੁਛ ਨਹੀਂ ਕਰ ਰਹੀ, ਉਦੋਂ ਧਰਨੇ ਪ੍ਰਦਰਸ਼ਨ ਨਹੀਂ ਕਰ ਰਹੀ, ਇਹਨਾਂ ਨੇ ਕਿਉਂ ਕੀਤਾ ਇਹ? ਬਰਾਬਰ ਜੇ ਟੂਰਨਾਮੈਂਟ ਦੇ ਬਰਾਬਰ ਟੂਰਨਾਮੈਂਟ ਰੱਖੀਏ ਇਹ ਹੁੰਦਾ ਵੀ ਉਧਰ ਦੇ ਲੋਕ ਉਧਰ ਟੀਮਾਂ ਘਟ ਜਾਣ। ਜਦੋਂ ਕਿਸੇ ਕਿਉਂਕਿ ਪਹਿਲੇ ਇਹਦੇ ਹੱਕ ਦੇ ਵਿੱਚ ਹੀ ਰਹੇ ਆ, ਪਹਿਲੇ ਬਿਆਨਬਾਜ਼ੀ ਹੱਕ ਦੇ ਵਿੱਚ ਆਈ ਆ, ਜਦੋਂ ਕਿਸਾਨਾਂ ਨੇ ਫਿਰ ਵਿਰੋਧ ਕੀਤਾ ਫਿਰ ਆਪ ਵੀ ਵਿਰੋਧ 'ਚ ਆ ਗਏ। ਇਹ ਤਾਂ ਇਦਾਂ ਹੁੰਦਾ ਜਦੋਂ ਕਿਸੇ ਨਾ ਵੱਡੇ ਗਾਉਣ ਵਾਲੇ ਦਾ ਖਾੜਾ ਲੱਗਾ ਹੋਵੇ। ਅਸੀਂ ਪਿੰਡਾਂ ਵਾਲਿਆਂ ਸਾਨੂੰ ਪਤਾ ਇਹਨਾਂ ਗੱਲਾਂ ਦਾ। ਜਦੋਂ ਕਿ ਨਹੀਂ ਕਿਸੇ ਵੱਡੇ ਗਾਉਣ ਵਾਲੇ ਦਾ ਖਾੜਾ ਲੱਗਾ ਹੋਵੇ, ਕਹਿਣਾ ਬੋਰਡ ਲੱਗਿਆ ਜੀ ਉੱਥੇ ਫਲਾਨਾ ਸਿੰਗਰ ਆ ਰਿਹਾ, ਤੇ ਜਿਹੜੀ ਦੂਸਰੀ ਵਿਰੋਧੀ ਵਾਲੇ ਹੁੰਦੇ ਨਾ ਉਹਨਾਂ ਨੇ ਕਹਿਣਾ ਆਪਾਂ ਇਦੋਂ ਵੀ ਵੱਡਾ ਇੱਕ ਗਾਉਣ ਵਾਲਾ ਸੱਦ ਲਈਏ, ਵੀ ਉਹਨਾਂ ਦਾ ਫੇਲ ਕਰਨਾ ਮਿਸ਼ਨ ਆਪਦਾ ਕਰ ਲਈਏ। ਇਹ ਨੂਰਾ ਕੁਸ਼ਤੀ ਆ, ਇਹ ਕੁਛ ਨਹੀਂ, ਇਹ ਸਾਰਾ ਇੱਕਜੁੱਟ ਆ। ਕਿਉਂ ਨਹੀਂ ਉਹਨਾਂ ਖੁੱਲ ਕੇ ਬੋਲਦੇ? ਅੱਜ ਔਨ ਰਿਕਾਰਡ ਆ। ਅੱਗੇ ਹੁੰਦਾ ਸੀਗਾ ਵੀ ਇੱਥੇ ਡੱਬ ਵਾਲੀ 'ਚ ਕੁਛ ਕਹਿ ਲਿਆ ਤੇ ਪਠਾਨਕੋਟ ਜਾ ਕੇ ਕੁਛ ਕਹਿ ਲਿਆ, ਹੁਣ ਤਾਂ ਔਨ ਰਿਕਾਰਡ ਆ। 10-15 ਦਿਨ ਪਹਿਲਾਂ ਤੁਸੀਂ ਵੀਡੀਓ ਪਾ ਰਹੇ ਆ ਜੀ, ਇਹਦੇ 'ਚ ਆਹ ਸਾਡੇ ਹੱਕ 'ਚ ਆ, ਇਹ ਸਾਡੇ ਹੱਕ 'ਚ ਆ, ਆਹ ਸਾਡੇ ਹੱਕ 'ਚ ਆ। ਬਜ਼ੁਰਗ ਸਿਆਸਤਦਾਨ ਆ ਜਿਹੜਾ ਬਿਲਕੁਲ ਇਹਨਾਂ ਚੀਜ਼ਾਂ ਦੇ ਖਿਲਾਫ ਸੀਗਾ, ਉਹਨੇ ਵੀ ਕਹਿ ਦਿੱਤਾ ਵੀ ਇਹ ਉਹ ਤੋਂ ਵੀ ਬੁਲਾ ਲਿਆ ਬਜ਼ੁਰਗ ਤੋਂ ਜਾ ਕੇ, ਬਾਦਲ ਸਾਹਿਬ ਤੋਂ ਵੱਡੇ ਤੋਂ, ਵੀ ਆਹ ਖਿਲਾਫ ਆ, ਮੈਂ ਇਹਦੇ ਖਿਲਾਫ ਆ। ਪਰ ਮੁੜ ਕੇ ਜਾ ਕੇ ਉਹਨਾਂ ਨੇ ਕਰ ਲਿਆ। ਇੱਕ ਦਿਨ 'ਚ ਅਸਤੀਫਾ ਕਾਲ ਸੀ। ਫਿਰ ਇਹਨਾਂ ਨੇ ਕ੍ਰੈਡਿਟ ਲੈਣ ਦਾ ਤਰੀਕਾ ਦੇਖੋ। ਅੱਜ ਅਸੀਂ ਛੱਡਣ ਡਏ ਆ ਜੀ ਕੁਰਸੀ ਕੈਬਨਿਟ ਮਿਨਿਸਟਰ ਦੀ, 7-8 ਦਿਨ ਉਹ ਖਬਰਾਂ ਲੱਗ ਗਈਆਂ। ਮੁੜ ਕੇ ਅਸੀਂ ਜੀ ਹੁਣ ਉਹ ਤੋਂ ਅਸੀਂ ਜੀ ਅਸੀਂ ਸਮਰਥਨ ਵਾਪਸ ਲੈ ਰਹੇ ਹਾਂ ਭਾਜਪਾ ਤੋਂ, ਸਾਡਾ ਗੱਠਜੋੜ ਟੁੱਟ ਗਿਆ। ਤੇ ਜੇ ਉਦਣ ਕਹਿਣ ਤੇ ਜ਼ੋਰ ਲੱਗਦਾ ਸੀ, ਉਦਣ ਕਿਉਂ ਨਹੀਂ ਕਹਿ ਦਿੱਤਾ ਵੀ ਅਸੀਂ ਜੀ ਗੱਠਜੋੜ ਵੀ ਤੋੜਿਆ, ਅਸੀਂ ਆ ਕੁਰਸੀ ਵੀ ਛੱਡੀ? ਇਹ ਰੋਟੀਆਂ ਸੇਕਣ ਨੂੰ ਆ। ਪਹਿਲਾਂ ਇੱਕ ਆਹ ਗੱਲ ਕਰ ਲਈ 7-8 ਦਿਨ, ਹੁਣ ਜੀ ਅਸੀਂ ਗੱਠਜੋੜ ਵਾਪਸ ਲਿਆ। 7-8 ਦਿਨਾਂ ਬਾਅਦ ਇਹਨਾਂ ਨੇ ਕੋਈ ਹੋਰ ਵੀ ਗੱਲ ਕਰਨੀ ਆ। ਇਹ ਪਲੈਨਿੰਗ ਹੈ। ਤੁਹਾਨੂੰ ਨਹੀਂ ਲੱਗਦਾ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਆਪਣੇ ਜਿਹੜੇ ਵੀ ਪੰਜਾਬ ਦੇ ਐਮਪੀ ਬਣੇ ਹੋਏ ਆ ਬੀਜੇਪੀ ਦੇ, ਇੱਕ ਸਨੀ ਦਿਓਲ ਗੁਰਦਾਸਪੁਰ ਤੋਂ ਸੀਟ ਤੇ, ਦੂਸਰਾ ਹੰਸ ਜੀ ਗਏ ਹੋਏ ਨੇ ਕੇਂਦਰ ਦੇ ਵਿੱਚ, ਉਹਨਾਂ ਨੂੰ ਵੀ ਅਸਤੀਫਾ ਦੇ ਕੇ ਆਉਣਾ ਚਾਹੀਦਾ ਸੀ ਵਾਪਸ? ਦੇਖੋ ਜੀ, ਜੇ ਸਨੀ ਦਿਓਲ ਦੀਆਂ ਫਿਲਮਾਂ ਦੇਖ ਲਓ ਜਾਂ ਰਾਜ ਗਾਇਕ ਹੰਸ ਦਾ ਦੇਖ ਲਓ, ਇਹ ਪੰਜਾਬੀਆਂ ਦਾ ਦਿੱਤਾ ਹੀ ਖਾਦਾ।
ਪੰਜਾਬੀਆਂ ਦਾ ਹੀ ਸੀਗਾ। ਇਹਨਾਂ ਨੂੰ ਤਾਂ ਪਹਿਲ ਦੇ ਆਧਾਰ ਤੇ ਇਹ ਵਾਪਸ ਲੈਣੇ ਚਾਹੀਦੇ ਸੀ, ਪਹਿਲ ਦੇ ਆਧਾਰ ਤੇ, ਪਰ ਇਹਨਾਂ ਨੇ ਪਤਾ ਨਹੀਂ ਕਿਹੜੀ ਗੱਲੋਂ ਇਹ ਵੀ ਇੱਕ ਏਜੰਡਾ ਆ, ਇਹ ਇੱਕ ਏਜੰਡਾ ਆ। ਏਜੰਡੇ ਦੇ ਤਹਿਤ ਇਹ ਉਹਨਾਂ ਨੂੰ ਕਰ ਰਹੇ ਆ, ਯੂਜ਼ ਕਰ ਰਹੇ ਆ। ਜੇ ਨਹੀਂ ਤਾਂ ਸਨੀ ਦਿਓਲ ਦੀ ਉੱਥੇ ਗੁਰਦਾਸਪੁਰ 'ਚ ਕੀ ਦੇਣ ਸੀ, ਹੰਸਰਾਜ ਹੰਸ ਦੀ ਉੱਥੇ ਦਿੱਲੀ 'ਚ ਕੀ ਦੇਣ ਸੀ। ਇਹ ਸਿਰਫ ਤੇ ਸਿਰਫ ਇਹਨਾਂ ਨੂੰ ਯੂਜ਼ ਕਰ ਰਹੇ ਆ, ਸੈਲੀਬ੍ਰਿਟੀ ਨੂੰ ਯੂਜ਼ ਕਰ ਰਹੇ ਆ। ਉਹਨਾਂ ਨੂੰ ਤਾਂ ਮੈਂ ਕਹਿੰਦਾ ਸਨੀ ਦਿਓਲ ਦੇ ਸਾਹਮਣੇ ਤੇ ਇਹ ਆਰਡੀਨੈਂਸ ਹੀ ਰੱਖ ਦਿਓ, ਉਹਨੂੰ ਕਹਾਂ ਵੀ ਪੜ੍ਹ ਕੇ ਦਿਖਾ ਦੇ ਵੀ ਇਹ ਤੇਰੇ ਹੱਕ 'ਚ ਕੀ ਆ ਤੇ ਇਹਦੇ ਵਿਰੋਧ 'ਚ ਕੀ। ਇਹਨਾਂ ਨੂੰ ਤੁਰੰਤ ਅਸਤੀਫੇ ਦੇਣੇ ਚਾਹੀਦੇ ਸੀਗੇ। ਪੰਜਾਬ ਦਾ ਦਿੱਤਾ ਖਾਂਦੇ ਆ, ਪੰਜਾਬੀਅਤ ਨੇ ਇਹਨਾਂ ਨੂੰ, ਪੰਜਾਬੀਆਂ ਨੇ ਬੜਾ ਮਾਣ ਸਤਿਕਾਰ ਦਿੱਤਾ, ਹੰਸਰਾਜ ਜੀ ਨੂੰ ਵੀ ਦਿੱਤਾ, ਸਨੀ ਦਿਓਲ ਨੂੰ ਵੀ ਦਿੱਤਾ। ਇਹਨਾਂ ਨੂੰ ਇੰਨਾ ਜਦ ਪੰਜਾਬੀਆਂ ਨੇ ਮਾਣ ਸਤਿਕਾਰ ਦਿੱਤਾ ਤੇ ਇਹਨਾਂ ਨੂੰ ਮੈਂ ਕਹਿੰਦਾ ਵੀ ਪਹਿਲਾਂ ਇਹਨਾਂ ਨੂੰ ਇਹ ਵਿਰੋਧ ਕਰਕੇ ਤੇ ਵਾਪਸ ਆ ਜਾਣਾ ਚਾਹੀਦਾ ਸੀਗਾ। ਇਸ ਬਿੱਲ ਦਾ ਅਲਟਰਨੇਟਿਵ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ, ਕਿਵੇਂ ਇਸ ਨੂੰ ਰੋਕਿਆ ਜਾ ਸਕਦਾ? ਡਾਕਟਰ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕਰ ਦਿਓ। ਸਾਰੀ 100 ਬਿਮਾਰੀ ਦੀ ਇੱਕੋ ਹੀ ਜੜ ਆ। ਡਾਕਟਰ ਸਵਾਮੀਨਾਥਨ ਜਿਹੜੀ ਰਿਪੋਰਟ ਆ ਉਹ ਲਾਗੂ ਕਰ ਦਿਓ। ਉਹਦੇ ਵਿੱਚ ਕਿਸਾਨੀ ਦਾ ਕੋਈ ਇਹੋ ਜਿਹਾ ਮੁੱਦਾ ਹੈ ਨਹੀਂ, ਕੋਈ ਇਹੋ ਜਿਹਾ ਤੱਤ ਹੈ ਨਹੀਂ ਜਿਹੜਾ ਲੁਕੋਇਆ ਹੋ। ਆਰਡੀਨੈਂਸ ਜਾਂ ਕੁਛ ਹੈ, ਇਹ ਤਾਂ ਕੁਛ ਵੀ ਨਹੀਂ ਆ। ਇਹ ਤਾਂ ਇੱਕ ਕਿਸਾਨੀ ਨੂੰ ਮਾਰੂ ਕਰਨ ਲਈ ਨਹੀਂ ਆਏ, ਇਹ ਤਾਂ ਬਕਾਇਦਾ ਇਹਨਾਂ ਨੇ ਇੱਕ ਮਿਸ਼ਨ ਦੇ ਤਹਿਤ ਹੀ ਲੈ ਕੇ ਆਏ ਆ, ਇੱਕ ਸਾਜ਼ਿਸ਼ ਦੇ ਤਹਿਤ ਲੈ ਕੇ ਆਏ ਆ। ਜੇ ਕਿਸਾਨੀ ਬਚਾਉਣੀ ਆ ਤੁਰੰਤ ਇਹ ਜਿਹੜੇ ਕਾਨੂੰਨ ਆ ਵਾਪਸ ਲੈਣੇ ਜਾਣ ਪੈਣਗੇ ਤੇ ਡਾਕਟਰ ਸਵਾਮੀਨਾਥਨ ਦੀ ਜਿਹੜੀ ਰਿਪੋਰਟਾਂ ਉਹਨੂੰ ਲਾਗੂ ਕਰ ਦਿਓ, ਸਾਰਾ ਕੁਝ ਹੀ ਹੋ ਜਾਣਾ। ਹੋਰ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤਾਂ ਇਹੀ ਆ ਜੀ, ਸੰਦੇਸ਼ ਤਾਂ ਆਪਾਂ ਕੀ ਦੇਣਾ, ਮਿਹਨਤੀ ਕਰ ਸਕਦੇ ਆ ਵੀ ਕਿਸਾਨ ਲਹਿਰ ਇਸ ਟਾਈਮ ਜ਼ੋਰਾਂ ਤੇ ਆ। ਜਦੋਂ ਵੱਡੀ ਕੋਈ ਐਜੀਟੇਸ਼ਨ ਚੱਲਦੀ ਆ, ਸਰਕਾਰਾਂ ਜਿਹੜੀਆਂ ਤਾਕਤ ਦੇ ਵਿੱਚ ਹੁੰਦੀਆਂ ਉਹਨੂੰ ਫੇਲ ਕਰਨ ਦੇ ਲਈ ਆਪਣੇ ਵਿੱਚ ਏਜੰਟ ਛੱਡਦੀ ਆ, ਆਪਣੇ ਵਿੱਚ ਬੰਦੇ ਛੱਡਦੀ ਆ। ਉਹਨਾਂ ਬੰਦਿਆਂ ਤੋਂ ਬਚੋ, ਮਿਹਨਤ ਵਾਲੀ ਗੱਲ ਆ, ਉਹਨਾਂ ਬੰਦਿਆਂ ਤੋਂ ਬਚੋ। ਕਿਸੇ ਦੀਆਂ ਗੱਲਾਂ ਤੇ ਇਹਨਾਂ ਨੇ ਹੁਣ ਸੋਸ਼ਲ ਮੀਡੀਆ ਤੇ ਵੀ ਇੱਕ ਮੁਹਿੰਮ ਛੇੜੀ ਹੋਈ ਆ ਇਹਨਾਂ ਨੂੰ ਮਿਸ਼ਨ ਨੂੰ ਤਾਰ-ਪੀੜੋ ਕਰਨ ਲਈ, ਇਸ ਐਜੀਟੇਸ਼ਨ ਨੂੰ ਫੇਲ ਕਰਨ ਲਈ। ਮੇਰੀ ਤਾਂ ਇਹ ਬੇਨਤੀ ਆ ਵੀ ਸੰਘਰਸ਼ ਕਾਇਮ ਰੱਖੋ, ਸ਼ਾਂਤੀਪੂਰਵਕ ਰੱਖੋ, ਕੱਲਾ ਕਿਸਾਨ ਤੇ ਤੱਕ ਨਾ ਰੱਖੋ। ਇਹਦੇ ਨਾਲ ਆਪਣੀਆਂ ਭਰਾਤਰੀ ਜਥੇਬੰਦੀਆਂ ਨੂੰ ਵੀ ਜੋੜੋ, ਜਿਹੜੇ ਆਪਣੇ ਖੇਤ ਮਜ਼ਦੂਰ ਆ, ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦਾ ਵੀ ਸਮਰਥਨ ਲਵੋ। ਤੇ ਜਿਹੜੇ ਆੜਤੀਏ ਆ ਜਾਂ ਪੈਟਰੋਲ ਪੰਪਾਂ ਵਾਲੇ ਆ, ਜਿੱਥੇ ਸਾਡਾ ਹੈਗਾ ਨਾ, ਜਿਹੜਾ ਕਿਸਾਨ ਦੇ ਨਾਲ ਤਾਂ ਸਾਰੀਆਂ ਜੁੜੇ ਹੋਏ ਆ, ਤੇ ਇਹਨਾਂ ਦਾ ਸਾਰਿਆਂ ਦਾ ਸਾਥ ਲੈ ਕੇ ਤੇ ਸ਼ਾਂਤੀਪੂਰਵਕ ਇਸ ਮਿਸ਼ਨ ਨੂੰ ਗਾਂਹ ਲਿਜਾਈਏ ਤੇ ਜਿਹੜੇ ਗਲਤ ਬੰਦਿਆਂ ਦੀ ਇਹਦੇ 'ਚ ਐਂਟਰੀ ਨਾ ਹੋਣ ਦੇਈਏ। ਤੇ ਸਪੈਸ਼ਲੀ ਜ਼ਿਆਦਾ ਯੂਥ ਵੀ ਇੱਥੇ ਆਇਆ, ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਯੂਥ ਸਹੀ ਰਾਹ ਤੇ ਆ ਜੀ, ਯੂਥ ਸਹੀ ਰਾਹ ਤੇ ਆ। ਯੂਥ ਦੇ ਵਿੱਚ ਜਿਹੜੀ ਤਬਦੀਲੀ ਇੱਕਦਮ ਆਈ ਆ, ਦੇਖਣ ਨੂੰ ਜਿਹੜੀ ਮਿਲੀ ਆ ਤਬਦੀਲੀ, ਉਹ ਸ਼ਲਾਘਾਯੋਗ ਆ। ਯੂਥ ਜਿਹੜਾ ਆ ਧਰਨਿਆਂ 'ਚ ਨਹੀਂ ਸੀ ਜਾਂਦਾ, ਯੂਥ ਕਿਸਾਨਾਂ ਦੀ ਰੈਲੀ 'ਚ ਤਾਂ ਬਿਲਕੁਲ ਨਹੀਂ ਸੀ ਜਾਂਦਾ। ਜਿੱਥੇ ਗਾਉਣ ਵਾਲੇ ਜਾਂਦੇ ਸੀ ਯੂਥ ਉੱਥੇ ਜਾਂਦਾ ਸੀਗਾ, ਜਿੱਥੇ ਉਹ ਜਾਂਦਾ ਸੀ ਕੋਈ ਟੂਰਨਾਮੈਂਟ ਹੁੰਦੇ ਸੀ ਉੱਥੇ ਜਾਂਦਾ ਸੀਗਾ। ਫਿਰ ਜੇ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਮਹੀਨਾ 2 ਮਹੀਨੇ ਪਹਿਲਾਂ ਯੂਥ ਕੀ ਸੁਣਦਾ ਸੀ, ਉਹੀ ਬੰਬੀਏ ਸ਼ੰਬੀਏ ਸੁਣਦਾ ਸੀ। ਅੱਜ ਯੂਥ ਕਿਸਾਨੀ ਵਾਲੇ ਗਾਣੇ ਸੁਣਦਾ, ਲੱਖਾਂ ਲੋਕ ਉਹਨਾਂ ਨੂੰ ਗਾਣਿਆਂ ਨੂੰ ਸ਼ੇਅਰ ਕਰਦੇ ਆ, ਉਹ ਸੁਣਦੇ ਆ। ਕਿਸਾਨੀ ਦੇ ਨਾਲ ਜੇ ਉਹ ਐਜੀਟੇਸ਼ਨ ਚੱਲੀ ਆ ਟਰੈਕਟਰਾਂ ਤੇ ਮੋਟਰਾਂ-ਸਾਈਕਲਾਂ ਤੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਯੂਥ ਨੇ ਉਸ ਰੋਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਆ। ਤੇ ਜਦੋਂ ਫਿਰ ਬਜ਼ੁਰਗ ਜਵਾਨ ਤੇ ਸਾਰੇ ਰਲ ਜਾਣ ਤੇ ਫਿਰ ਐਡੀ ਵੱਡੀ ਕੋਈ ਗੱਲ ਨਹੀਂ। ਤੇ ਯੂਥ ਦਾ ਜਿਹੜਾ ਮੈਂ ਸਮਝਦਾ ਵੀ ਆਹ ਜਿਹੜਾ ਹਾਂ ਪੱਖੀ ਰਵੱਈਆ ਆ, ਇਹਦੀ ਸ਼ਲਾਘਾ ਕਰਨੀ ਬਣਦੀ ਹੈ। ਸੋ ਬਿਲਕੁਲ ਜਿਵੇਂ ਅਸੀਂ ਸੁਖਜਿੰਦਰ ਜੀ ਨਾਲ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਇਸ ਬਿੱਲ ਨੂੰ ਲੈ ਕੇ ਜੋ ਵੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਉਹਦੇ ਵਿੱਚ ਯੂਥ ਵੀ ਬਹੁਤ ਵਧੀਆ ਭਾਗੀਦਾਰੀ ਲੈ ਰਿਹਾ ਹੈ। ਯੂਥ ਨੂੰ ਆਪਣੇ ਜਜ਼ਬੇ ਦੇ ਨਾਲ ਪੂਰਾ ਇਸ ਕਿਸਾਨੀ ਪੱਖ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਸਿਰਫ ਜੋਸ਼ ਤੇ ਹੋਸ਼ ਦਾ ਧਿਆਨ ਰੱਖਣਾ ਚਾਹੀਦਾ ਤੇ ਬਿੱਲ ਜ਼ਰੂਰ ਵਾਪਸ ਹੋਏਗਾ। ਜਲੰਧਰ ਤੋਂ ਕੈਮਰਾਮੈਨ ਸਾਹਿਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਅੱਜ ਤੱਕ ਲੱਖਾਂ ਲੋਕਾਂ ਦੇ ਉਜੜੇ ਘਰਾਂ ਨੂੰ ਵਸਾਉਣ ਵਾਲੇ ਸਵਾਮੀ ਕ੍ਰਿਸ਼ਨਾ ਜੀ ਦਾ ਖੁੱਲਾ ਚੈਲੰਜ, ਜਿਨ੍ਹਾਂ ਵੱਲੋਂ ਹਰ ਇੱਕ ਸਮੱਸਿਆ ਦਾ ਸਮਾਧਾਨ 100% ਗਰੰਟੀ ਨਾਲ ਕੀਤਾ ਜਾਂਦਾ ਹੈ। ਭਾਵੇਂ ਸਟਾਂਪ ਪੇਪਰ ਤੇ ਲਿਖ ਕੇ ਲੋ, ਜਿਵੇਂ ਲਵ ਮੈਰਿਜ, ਵਸ਼ੀਕਰਨ, ਬਲੈਕ ਮੈਜਿਕ, ਪਤੀ ਪਤਨੀ ਵਿੱਚ ਅਣਬਣ, ਸੰਤਾਨ ਨਾ ਹੋਣਾ ਜਾਂ ਸੰਤਾਨ ਦਾ ਕਹਿਣੇ ਤੋਂ ਬਾਹਰ ਹੋਣਾ, ਨਸ਼ਾ ਮੁਕਤੀ ਕੀਤਾ ਕਿਰਾਇਆ, ਲੋਟਰੀ ਨੰਬਰ, ਮਨਚਾਇਆ ਪਿਆਰ, ਕਰਜ਼ਾ ਮੁਕਤੀ, ਪੀਆਰ ਦੀ ਸਮੱਸਿਆ, ਵਿਦੇਸ਼ ਵਿੱਚ ਕੰਮ ਨਾ ਮਿਲਣਾ, ਗੱਡਿਆ ਧਨ, ਵਿਦੇਸ਼ਾਂ ਵਿੱਚ ਮਕਾਨ ਖਰੀਦਣ ਜਾਂ ਵੇਚਣ ਵਿੱਚ ਰੁਕਾਵਟ ਤੱਕ ਬਰਾਉਣਾ। ਆਪ ਜੀ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ 27 ਇਲਮਾਂ ਦੀ ਸ਼ਕਤੀ ਦੀ ਸਿੱਧੀ ਨਾਲ ਕਰਾਂਗੇ ਤੁਰੰਤ ਸਮਾਧਾਨ।
ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ। ਹੁਣੇ ਕਾਲ ਕਰੋ 70877 73787